ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ ਜਿਸ ਸਮੈ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਕਿਤਕ ਕਾਲ ਤੇ ਕੀਨ ਬਸੇਰਾ ਅਪਰ ਥਾਨ ਗਮਨੇ ਬਿਨ ਤੇਰਾ ਪਹੁੰਚੇ ਹਿਰਨ ਖੰਡ ਮੈਂ ਜਾਈ ਜਹ ਕੰਚਨ ਤਰਨੀ ਸਭ ਥਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਦੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਦੀ ਕਥਾ ਕਹਿਣ ਤੇ ਸੁਣਨ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਸਤਿਗੁਰੂ ਜੀ 9 ਖੰਡਾਂ ਦੀ ਸੈਰ ਕਰ ਰਹੇ ਨੇ। 9 ਖੰਡ ਪ੍ਰਿਥਵੀ ਸੱਚਾ ਢੋਆ 9 ਖੰਡਾਂ ਵਿੱਚ ਵਿਚਰ ਰਹੇ ਨੇ। ਇੱਕ ਐਸੀ ਜਗ੍ਹਾ ਤੇ ਆਏ ਨੇ, ਬੀਆਬਾਨ ਉਜਾੜ ਜੰਗਲ ਹੈ, ਜਿੱਥੇ ਸ਼ੇਰ ਰਹਿੰਦੇ ਆ ਅਣਗਿਣਤ ਹੀ।
ਗੁਰਦੇਵ ਨੇ ਹੁਕਮ ਕੀਤਾ, ਭਾਈ ਮਰਦਾਨਾ ਜੀ ਕੀਰਤਨ ਗਾਇਨ ਕਰਨ ਲੱਗੇ। ਕੀਰਤਨ ਸੁਣ ਕੇ ਉਹਨਾਂ ਸ਼ੇਰਾਂ ਦਾ ਮਨ ਨਿਰਮਲ ਹੋ ਗਿਆ। ਗੁਰੂ ਚਰਨਾਂ ਵਿੱਚ ਆ ਕੇ ਸਭ ਨੇ ਪ੍ਰਣਾਮ ਕੀਤੀ। ਪਾਤਸ਼ਾਹ ਨੇ ਇਹਨਾਂ ਦੀ ਬੰਦ ਖਲਾਸੀ ਕੀਤੀ। ਆਖਿਆ, ਅਗਲਾ ਜਨਮ ਮਨੁੱਖਾਂ ਦਾ ਪ੍ਰਾਪਤ ਹੋਵੇਗਾ ਔਰ ਗੁਰ ਸ਼ਬਦ ਦੀ ਕਮਾਈ ਕਰਕੇ ਤੁਹਾਡਾ ਪਾਰ ਉਤਾਰਾ ਹੋਵੇਗਾ, ਜਨਮ ਮਰਨ ਦੇ ਦੁੱਖ ਤੋਂ ਮੁਕਤ ਹੋਵੋਗੇ। ਉੱਥੇ ਨੇੜੇ ਇੱਕ ਨਗਰ ਹੈ, ਉਸ ਨਗਰ ਵਿੱਚ ਜਾ ਕੇ ਉਹਨਾਂ ਨਗਰ ਦੇ ਨਿਵਾਸੀਆਂ ਨੂੰ ਮਹਾਰਾਜ ਜੀ ਨੇ ਕਿਰਤਾਰਥ ਕੀਤਾ ਤੇ ਬਚਨ ਕਿਹਾ ਕਿ ਹੁਣ ਤੁਸੀਂ ਨਿਡਰ ਹੋ ਜਾਓ, ਕਿਉਂਕਿ ਉਹ ਜਿਤਨੇ ਵੀ ਸ਼ੇਰ ਨੇ ਇਹਨਾਂ ਨਗਰ ਨਿਵਾਸੀਆਂ ਨੂੰ ਦੁਖੀ ਕਰਦੇ ਸਨ। ਪਾਤਸ਼ਾਹ ਕਹਿਣ ਲੱਗੇ ਕਿ ਹੁਣ ਉਹ ਕੁਝ ਸਮੇਂ ਬਾਅਦ ਆਪਣੇ ਸਰੀਰ ਤਿਆਗ ਦੇਣਗੇ। ਸ਼ੰਭੂ ਨਗਰ ਨਿਵਾਸੀਆਂ ਨੇ ਸਤਿਗੁਰਾਂ ਦੇ ਚਰਨਾਂ ਦੀ ਪਹੁਲ ਲੈ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ। ਕੁਝ ਸਮਾਂ ਸਤਿਗੁਰੂ ਜੀ ਇਸ ਨਗਰ ਵਿੱਚ ਰਹੇ ਨੇ ਔਰ ਉੱਥੋਂ ਪਾਤਸ਼ਾਹ ਜੀ ਅੱਗੇ ਹਿਰਨਖੰਡ ਵਾਲੇ ਪਾਸੇ ਨੂੰ ਵਧੇ ਹਨ। ਆਓ, ਹਿਰਨਖੰਡ ਵਿੱਚ ਮਹਾਰਾਜ ਜੀ ਚਰਨ ਪਾ ਰਹੇ ਨੇ। ਇਹ ਸਿੱਕਮ ਦਾ ਇਲਾਕਾ ਹੈ ਜਿੱਥੇ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਚਰਨ ਪਾ ਰਹੇ ਨੇ। ਇਸ ਇਲਾਕੇ ਵਿੱਚ ਅੱਜ ਵੀ ਸਤਿਗੁਰਾਂ ਨੂੰ ਨਾਨਕ ਲਾਮਾ ਕਹਿ ਕੇ ਸੰਬੋਧਨ ਕਰਦੇ ਹਨ ਔਰ ਸਤਿਗੁਰਾਂ ਦੀ ਪੂਜਾ ਕਰਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰਦੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਿਤਕ ਕਾਲ ਤੇ ਕੀਨ ਬਸੀਰਾ। ਕੁਝ ਸਮਾਂ ਸਤਿਗੁਰੂ ਜੀ ਇਸ ਨਗਰ ਦੇ ਵਿੱਚ ਰਹੇ ਹਨ। ਅਪਰ ਥਾਨ ਗਮਨੇ ਬਿਨ ਦੇਰਾ। ਬਿਨਾਂ ਦੇਰੀ ਤੋਂ ਪਾਤਸ਼ਾਹ ਜੀ ਮਹਾਰਾਜ ਜੀ ਇਸ ਨਗਰ ਤੋਂ ਹੁਣ ਹੋਰ ਥਾਵਾਂ ਦੇ ਜੀਵਾਂ ਨੂੰ ਉਧਾਰਨੇ ਨਿਮਿਤ ਚੱਲ ਪਏ ਹਨ। ਪਹੁੰਚੇ ਹਿਰਨ ਖੰਡ ਮੈਂ ਜਾਈ। ਚਲਦਿਆਂ ਚਲਦਿਆਂ ਅਨੇਕਾਂ ਜੀਵਾਂ ਨੂੰ ਉਤਾਰਦਿਆਂ ਸਤਿਗੁਰੂ ਜੀ ਹਿਰਨ ਖੰਡ ਦੇ ਵਿੱਚ ਪਹੁੰਚੇ ਹਨ। ਜੈ ਕੰਚਨ ਤਰਨੀ ਸਭ ਥਾਈ। ਜਿੱਥੇ ਆਏ ਨੇ ਇੱਥੋਂ ਦੀ ਜਿਹੜੀ ਧਰਤੀ ਹੈ ਉਹ ਸੋਨੇ ਰੰਗ ਵਰਗੀ, ਜਿਵੇਂ ਸੋਨੇ ਦਾ ਰੰਗ ਹੁੰਦਾ ਏਦਾਂ ਦੇ ਰੰਗ ਵਾਲੀ ਧਰਤੀ ਹੈ, ਪਿਲਤਣ ਵਾਲੀ। ਤੈਂ ਕੀ ਰੀਤ ਸੁਨੋ ਸਭ ਭਾਂਤੀ। ਜਿਹੜੇ ਨਗਰ ਵਿੱਚ ਸਤਿਗੁਰੂ ਜੀ ਆਏ ਨੇ ਇਸ ਨਗਰ ਦੇ ਲੋਕਾਂ ਦੇ ਬਾਰੇ ਸੁਣੋ ਕੀ ਕਰਦੇ ਨੇ, ਉਹਨਾਂ ਦੀ ਕੀ ਮਰਜ਼ਾਦਾ ਹੈ, ਉਹ ਕਿਵੇਂ ਰਹਿੰਦੇ ਨੇ, ਉਹਨਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੈ, ਉਹ ਵੀ ਸੁਣੋ। ਕਰੇ ਜੋਗ ਸਾਧਨ ਦਿਨ ਰਾਤੀ। ਜਿਹੜੇ ਨਗਰ ਵਿੱਚ ਸਤਿਗੁਰੂ ਜੀ ਆਏ ਨੇ ਇਸ ਨਗਰ ਦੇ ਜਿਹੜੇ ਲੋਕ ਨੇ ਉਹ ਰਾਤ ਦਿਨ ਯੋਗ ਸਾਧਨਾ ਕਰਦੇ ਨੇ, ਯੋਗ ਸਾਧਨਾ ਦੀ ਕਮਾਈ ਕਰਦੇ ਨੇ। ਨਿਰੰਤਰ ਯੋਗ ਹੀ ਸਾਧਨਾ, ਚੌਂਕੜਾ ਮਾਰ ਕੇ ਬੈਠਣਾ, ਯੋਗ ਦੀ ਸਾਧਨਾ ਕਰਨੀ। ਯੋਗ ਸਾਧਨਾ ਮੈਂ ਕੱਲ ਵੀ ਬੇਨਤੀ ਕੀਤੀ ਸੀ, ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਜਨਮੈ ਹਰਿ ਸਿਉ ਸੰਗ ਨਾ ਗਹਿਆ। ਯੋਗ ਸਾਧਨਾ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਕੇਵਲ ਮਨ ਨੂੰ ਇਕਾਗਰ ਕਰਨ ਵਾਸਤੇ ਇੱਕ ਤਰੀਕਾ ਹੈ। ਪਰ ਜੇ ਕੋਈ ਆਖੇ ਕਿ ਇਦਾਂ ਵਿਕਾਰਾਂ ਤੋਂ ਛੁੱਟ ਜਾਵਾਂਗੇ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ, ਤਾਂ ਇਹ ਕਠਿਨ ਹੈ। ਤੋ ਇਹ ਜਿਹੜੇ ਲੋਕ ਸੀ ਇਹ ਯੋਗ ਸਾਧਨਾ ਕਰਦੇ ਸੀ। ਸਾਰੇ ਨਗਰ ਦੇ ਲੋਕ ਸਾਰਾ ਦਿਨ ਰਾਤ ਭਰ ਇਹ ਯੋਗ ਸਾਧਨਾ ਕਰਦੇ ਹਨ। ਰਹਿਤ ਤਰੁਨ ਸੋ ਮਨੁਜ ਸਦਾਈ। ਔਰ ਯੋਗ ਸਾਧਨਾ ਦੇ ਬਲ ਨਾਲ ਇਹਨਾਂ ਨੇ ਆਪਣੇ ਸਰੀਰਾਂ ਨੂੰ ਇਸ ਤਰ੍ਹਾਂ ਕਾਬੂ ਕੀਤਾ ਹੋਇਆ ਕਿ ਇਹਨਾਂ ਦੇ ਸਰੀਰ ਹਮੇਸ਼ਾ ਤਰਨ ਰਹਿੰਦੇ। ਤਰਨ ਦਾ ਮਤਲਬ ਹੁੰਦਾ ਵੀ ਜਵਾਨ ਰਹਿੰਦੇ ਆ। ਇਹ ਬਲ ਦੇ ਨਾਲ ਭਰੇ ਰਹਿੰਦੇ ਹਨ। ਘਰ ਮੈਂ ਪ੍ਰਾਣ ਨ ਤਜੇ ਕਦਾਈ। ਔਰ ਇਹ ਆਪਣੇ ਘਰ ਵਿੱਚ ਪ੍ਰਾਣ ਨਹੀਂ ਸੀ ਛੱਡਦੇ। ਜਦੋਂ ਇਹਨਾਂ ਦੀ ਮੌਤ ਆਉਂਦੀ ਸੀ, ਪ੍ਰਾਣ ਤਿਆਗਣੇ ਹੁੰਦੇ ਸਨ,
ਤਾਂ ਇਹ ਆਪਣੇ ਘਰ ਵਿੱਚ ਪ੍ਰਾਣ ਨਹੀਂ ਤਿਆਗਦੇ। ਅੰਤ ਸਮਾ ਤਿਨ ਕੋ ਜੇ ਪਹੁੰਚੇ। ਜਦੋਂ ਇਹਨਾਂ ਦਾ ਅੰਤਮ ਸਮਾਂ ਆਉਂਦਾ ਹੈ, ਜਦੋਂ ਇਹਨਾਂ ਦੀ ਅੰਤਲੇ ਸਵਾਸ ਇਹਨਾਂ ਨੂੰ ਬੋਧ ਹੁੰਦਾ ਵੀ ਹੁਣ ਸਾਡਾ ਅੰਤਲਾ ਸਮਾਂ ਆ ਰਿਹਾ ਹੈ, ਤਬ ਬੈਠੇ ਗਿਰ ਪਰ ਚੜੇ ਉੱਚੇ। ਤੇ ਨੇੜੇ ਇੱਕ ਵੱਡਾ ਪਹਾੜ ਸੀ, ਉਸ ਪਹਾੜ ਦੇ ਉੱਤੇ ਜਾ ਕੇ ਬੈਠ ਜਾਂਦੇ। ਬ੍ਰਹਮ ਰੰਦਰ ਕੋ ਫੋਰ ਸੋ ਡਾਰੇ। ਇਹ ਆਪਣੇ ਦਸਮ ਦੁਆਰ ਦੇ ਪਾਸ ਜਿਹੜੀ ਬ੍ਰਹਮ ਰੰਦਰ ਹੈ ਉਹਨੂੰ ਫਿਰ ਆਪਣੇ ਸਵਾਸਾਂ ਨਾਲ ਤੋੜ ਦਿੰਦੇ ਸੀ। ਸਵਾਸਾਂ ਦੇ ਜ਼ੋਰ ਨਾਲ ਆਪਣੀ ਬ੍ਰਹਮ ਰੰਦਰ ਨੂੰ ਤੋੜ ਦਿੰਦੇ। ਤੈਂ ਤੇ ਆਪਣੇ ਪ੍ਰਾਨ ਨਿਕਾਰੇ। ਉੱਥੋਂ ਆਪਣੇ ਪ੍ਰਾਣ ਕੱਢ ਲੈਂਦੇ, ਕਿਉਂਕਿ ਪ੍ਰਾਣਾਯਾਮ ਤਾਂ ਇਹਨਾਂ ਨੇ ਕਰਨਾ ਹੁੰਦਾ ਸੀ, ਇਹਨਾਂ ਨੂੰ ਯੋਗ ਸਾਧਨਾ ਕਰਦੇ ਸੀ। ਜਦੋਂ ਸਰੀਰ ਤਿਆਗਣਾ ਹੁੰਦਾ ਸੀ ਕਿਸੇ ਨੇ, ਪਹਾੜ ਤੇ ਚਲੇ ਜਾਣਾ, ਉੱਥੇ ਜਾ ਕੇ ਇਹਨਾਂ ਨੇ ਬ੍ਰਹਮ ਰੰਦਰ ਦੁਆਰਾ ਦਸਮ ਦੁਆਰ ਵਿੱਚੋਂ ਆਪਣੇ ਸਵਾਸ ਕੱਢ ਕੇ ਸਰੀਰ ਤਿਆਗਣਾ। ਤਿਨਪੁਰ ਵਿਖੇ ਜਾਈ ਗੁਰ ਬੈਸੇ। ਏਦਾਂ ਦੀ ਇਹਨਾਂ ਦੀ ਸਾਧਨਾ ਸੀ ਇਹਨਾਂ ਨਗਰ ਨਿਵਾਸੀਆਂ ਦੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਨਗਰ ਦੇ ਵਿੱਚ ਜਾ ਕੇ ਬੈਠੇ ਹਨ। ਮਾਨੋ ਪਾਨ ਗਿਆਨ ਕੋ ਜੈਸੇ। ਸਤਿਗੁਰੂ ਜੀ ਇਉਂ ਬੈਠੇ ਨੇ ਮਾਨੋ ਜਿਵੇਂ ਗਿਆਨ ਦਾ ਸੂਰਜ ਚੜ੍ਹਿਆ ਬੈਠਾ ਹੋਵੇ। ਇਉਂ ਬੈਠੇ ਦਰਸ਼ਨ ਦੇ ਰਹੇ ਨੇ, ਮਾਨੋ ਜਿਵੇਂ ਗਿਆਨ ਦਾ ਸੂਰਜ ਪ੍ਰਗਟ ਹੋ ਕੇ ਬੈਠਾ ਹੋਵੇ। ਬਹੁ ਨਰ ਬੈਠੇ ਆਨ ਸਮੀਪਾ। ਸਤਿਗੁਰੂ ਜੀ ਨੂੰ ਬੈਠਿਆਂ ਵੇਖ ਕੇ ਨਗਰ ਨਿਵਾਸੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਆਣ ਕੇ ਬੈਠ ਗਏ। ਤਬ ਬੋਲੇ ਬੇਦੀ ਕੁਲ ਦੀਪਾ। ਨਗਰ ਨਿਵਾਸੀਆਂ ਨੂੰ ਆਇਆ ਵੇਖ ਕੇ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਬੇਦੀ ਕੁਲ ਦੀਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕੈਸੋ ਤੁਮੇ ਉਪਦੇਸ਼ ਕਮਾਵੋ। ਮਹਾਰਾਜ ਜੀ ਕਹਿਣ ਲੱਗੇ, ਹਾਂ ਭਾਈ ਤੁਸੀਂ ਕੈਸਾ ਉਪਦੇਸ਼ ਕਮਾਉਂਦੇ ਹੋ, ਕਿਸ ਉਪਦੇਸ਼ ਦੇ ਤੁਸੀਂ ਧਾਰਨੀ ਹੋ। ਆਪਣੇ ਗੁਰ ਕੋ ਨਾਮ ਬਤਾਵੋ। ਦੱਸੋ ਤੁਹਾਡਾ ਗੁਰੂ ਕੌਣ ਹੈ ਜਿਹਦਾ ਉਪਦੇਸ਼ ਤੁਸੀਂ ਕਮਾਉਂਦੇ ਹੋ। ਸਾਰੇ ਨਗਰ ਨਿਵਾਸੀ, ਤੁਹਾਡਾ ਗੁਰੂ ਕੌਣ ਹੈ। ਕਹੇ ਸੋ ਗੁਰ ਗੋਰਖ ਹਮ ਜਾਨੋ। ਕਹਿਣ ਲੱਗੇ ਸਾਰੇ ਜਵਾਬ ਦੇ ਕੇ, ਕਹਿੰਦੇ ਜੀ ਸਾਡਾ ਗੁਰੂ ਹੈ ਗੋਰਖਨਾਥ, ਅਸੀਂ ਗੋਰਖਨਾਥ ਨੂੰ ਆਪਣਾ ਗੁਰੂ ਮੰਨਦੇ ਹਾਂ। ਪ੍ਰਾਣਾਯਾਮ ਉਪਦੇਸ਼ ਪਛਾਨੋ। ਉਹਨੇ ਸਾਨੂੰ ਯੋਗ ਸਾਧਨਾ ਦਾ ਪ੍ਰਾਣਾਯਾਮ ਕਰਨ ਦਾ ਉਪਦੇਸ਼ ਦਿੱਤਾ ਹੋਇਆ। ਗੋਰਖਨਾਥ ਜੀ ਨੇ ਸਾਨੂੰ ਪ੍ਰਾਣਾਯਾਮ ਕਰਨ ਦਾ ਉਪਦੇਸ਼ ਦਿੱਤਾ ਹੋਇਆ। ਸਾਧੇ ਯੋਗ ਸਦੀਵ ਤਦਾਪੀ। ਅਸੀਂ ਇਸੇ ਕਰਕੇ ਇੱਥੇ ਯੋਗ ਸਾਧਨਾ ਕਰਦੇ ਆਂ, ਪ੍ਰਾਣਾਯਾਮ ਕਰਦੇ ਆਂ, ਆਪਣੇ ਪ੍ਰਾਣਾ ਉੱਤੇ ਕੰਟਰੋਲ ਕਰਦੇ ਆਂ। ਸਵਾਸਾਂ ਨੂੰ ਕਿਵੇਂ ਟਿਕਾਉਣਾ ਹੈ। ਪਹਿਲਾਂ ਨਾਸਕਾ ਦੁਆਰਾ 12 ਮਾਤਰਾ ਕਰਕੇ ਸਵਾਸ ਉੱਪਰ ਖਿੱਚ ਕੇ ਟਿਕਾਉਣੇ ਆ, 32 ਵਾਰੀ ਟਿਕਾਉਣੇ ਆ, ਫਿਰ ਉਹਦਾ ਤਿਆਗ ਕਰਨਾ, ਫਿਰ ਉਹਨੂੰ ਦੁੱਗਣਾ ਕਰਦੇ ਚਲੇ ਜਾਣਾ, 32 ਤੋਂ 64 ਵਾਰੀ ਕਰ ਦੇਣਾ। ਏਦਾਂ ਅਸੀਂ ਯੋਗ ਸਾਧਨਾ ਦੁਆਰਾ ਆਪਣੇ ਪ੍ਰਾਣ ਜਿਹੜੇ ਨੇ ਉਹ ਇਕਾਗਰ ਕਰਦੇ ਹਾਂ। ਭਾਵੇਂ ਕਿ ਅਸੀਂ ਬਹੁਤ ਯੋਗ ਕਮਾਉਨੇ ਆ। ਇਹਨਾਂ ਨੇ ਆਪਣੀ ਸਮੱਸਿਆ ਵੀ ਦੱਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਗੁਰੂ ਤੋਂ ਬਿਨਾਂ ਗੱਲ ਨਹੀਂ ਸੀ ਬਣਨੀ। ਪੂਰਨ ਗੁਰੂ ਨੇ ਦਇਆ ਕਰਨੀ ਸੀ ਤਾਂ ਗੱਲ ਬਣਨੀ ਸੀ। ਯੋਗ ਮੁਕਤੀ ਨਹੀਂ ਦਿੰਦਾ, ਇੱਥੋਂ ਇਹ ਸਪਸ਼ਟ ਹੋ ਰਿਹਾ ਹੈ। ਕਹਿਣ ਲੱਗੇ ਮਹਾਰਾਜ ਜੀ ਅਸੀਂ ਭਾਵੇਂ ਯੋਗ ਦੀ ਕਮਾਈ ਕਰਦੇ ਹਾਂ, ਬੜੇ ਪ੍ਰਾਣਾਯਾਮ ਦੀ ਸਾਧਨਾ ਕਰਦੇ ਹਾਂ, ਮਨ ਕੋ ਸ਼ਾਂਤ ਨ ਆਵ ਕਦਾਪੀ। ਪਰ ਮਹਾਰਾਜ ਜੀ ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਯੋਗ ਸਾਧਨਾ ਕਰਦੇ ਹਾਂ, ਪ੍ਰਾਣਾਯਾਮ ਕਰਦੇ ਹਾਂ, ਬ੍ਰਹਮਰੰਦਰ ਵਿੱਚ ਦਸਮ ਦੁਆਰ 'ਚ ਆਪਣੇ ਪ੍ਰਾਣ ਟਿਕਾ ਲੈਨੇ ਆ, ਪਰ ਮਹਾਰਾਜ ਸਾਡੇ ਮਨ ਸ਼ਾਂਤ ਨਹੀਂ ਹੁੰਦੇ, ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਅਬ ਉਪਦੇਸ਼ ਆਪ ਦਿਓ ਐਸਾ। ਆਪ ਦੀ ਕਿਰਪਾ ਕਰਕੇ ਮਹਾਪੁਰਸ਼ ਜਾਪਦੇ ਹੋ, ਮਹਾਤਮਾ ਜਾਪਦੇ ਹੋ, ਸਾਡੇ ਕੋਈ ਚੰਗੇ ਕਰਮ ਨੇ ਕਿ ਤੁਸੀਂ ਆਏ ਹੋ ਇੱਥੇ। ਆਪ ਜੀ ਕਿਰਪਾ ਕਰਕੇ ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਮਨਾਂ ਨੂੰ ਸਕੂਨ ਤੇ ਸ਼ਾਂਤੀ ਮਿਲ ਜਾਵੇ। ਸ਼ਾਂਤ ਹੋਏ ਮਨ ਸਭ ਕੋ ਜੈਸਾ। ਮਹਾਰਾਜ ਜੀ ਜ਼ਿੰਦਗੀ ਜਿਉਣ ਦਾ ਸਵਾਦ ਤਦੇ ਹੀ ਆਉਂਦਾ ਜੇ ਮਨ ਸ਼ਾਂਤ ਹੋਵੇ।
ਜੇ ਮਾਨਾਂ ਨੂੰ ਸ਼ਾਂਤੀ ਨਾ ਮਿਲੇ ਤੇ ਮਹਾਰਾਜ ਜੀ ਫਿਰ ਜੀਵਨ ਬੇਰਸਿਆ ਜਿਹਾ ਬਤੀਤ ਹੁੰਦਾ ਹੈ। ਕਿਰਪਾ ਕਰੋ ਸਤਿਗੁਰੂ ਜੀ, ਸਾਨੂੰ ਐਸਾ ਉਪਦੇਸ਼ ਦਿਓ ਜਿਹਨੂੰ ਅਸੀਂ ਸੁਣ ਕੇ ਮੰਨ ਕੇ ਕਮਾ ਕੇ ਆਪਣੇ ਮਨ ਸ਼ਾਂਤ ਕਰ ਲਈਏ। ਸੁਨ ਕਰ ਤਿਨ ਕੇ ਬਚ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹਨਾਂ ਨਗਰ ਨਿਵਾਸੀਆਂ ਦੀ ਬੇਨਤੀ ਸੁਣੀ। ਸੁਣ ਕੇ ਦੀਨ ਲਗੀ ਆਪਨੀ ਉਪਦੇਸ਼ਾ। ਇਹਨਾਂ ਨੂੰ ਸਤਿਗੁਰੂ ਜੀ ਆਪਣਾ ਪਵਿੱਤਰ ਉਪਦੇਸ਼ ਦੇਣ ਲੱਗੇ। ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਸਰਬ ਸ਼੍ਰੋਮਣੀ ਉਪਦੇਸ਼ ਹੈ, ਉਹ ਉਪਦੇਸ਼ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੇਣ ਲੱਗੇ। ਸਤਿਨਾਮ ਸਿਮਰੋ ਲੇਵ ਲਾਈ, ਹਉ ਮੈਂ ਸਗਰੀ ਦਿਓ ਮਿਟਾਈ। ਪਾਤਸ਼ਾਹ ਕਹਿਣ ਲੱਗੇ, ਭਾਈ ਨਿਤ ਜਪਿਆ ਕਰੋ ਜੇ ਮਨ ਨੂੰ ਸ਼ਾਂਤ ਕਰਨਾ। ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਨਾਮ ਜਪੋਗੇ ਕੱਲਾ ਯੋਗ ਕਿਵੇਂ ਮੁਕਤ ਕਰੇਗਾ ਭਾਈ, ਜੇ ਪਰਮੇਸ਼ਰ ਨੂੰ ਨਹੀਂ ਆਰਾਧਨਾ ਨਾਲ। ਨਾਮ ਦੀ ਕਮਾਈ ਕੀਤੇ ਬਿਨਾ ਕੱਲਾ ਯੋਗ ਫੋਕਾ ਹੈ, ਕਿਉਂਕਿ ਸਾਧਨਾ ਨਾਮ ਦੇ ਨਾਲ ਮਨ ਨੂੰ ਸ਼ਾਂਤੀ ਮਿਲਣੀ ਹੈ। ਇਸ ਕਰਕੇ ਭਾਈ ਸੱਚੇ ਨਾਮ ਦੀ ਕਮਾਈ ਕਰੋ ਔਰ ਹਉਮੈ ਸਗਰੀ ਦੇਹੋ ਮਿਟਾਈ। ਨਾਮ ਜਪ ਕੇ ਆਪਣੀ ਹੰਗਤਾ ਮਿਟਾਓ। ਆ ਜਿਹੜੀ ਹੰਗਤਾ ਤੁਸੀਂ ਆਪਣੇ ਹਿਰਦੇ 'ਚ ਪਾਲੀ ਬੈਠੇ ਹੋ ਕਿ ਅਸੀਂ ਤਾਂ ਯੋਗ ਦੀ ਕਮਾਈ ਕਰਦੇ ਹਾਂ, ਅਸੀਂ ਤਾਂ ਬ੍ਰਹਮ ਰੰਧਰ ਦੁਆਰਾ ਆਪਣੇ ਸਵਾਸ ਤਿਆਗਦੇ ਹਾਂ, ਸਰੀਰ ਤਿਆਗਦੇ ਹਾਂ। ਇਹ ਜਿਹੜੀ ਹਉਮੈ ਤੁਸੀਂ ਤਨ ਵਿਭਾਨ ਦੀ ਚੁੱਕੀ ਹੋਈ ਆ ਆਪਣੇ ਅੰਦਰ, ਇਸ ਹਉਮੈ ਨੂੰ ਮਿਟਾਓ। ਹਉਮੈ ਨੂੰ ਮਿਟਾਉਣ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਪਰਮੇਸ਼ਰ ਦੇ ਨਾਮ ਦੀ ਪੁਨः ਕਮਾਈ ਕਰਨੀ, ਪੁਨः ਅਭਿਆਸ ਕਰਨਾ। ਹਉਮੈ ਨੂੰ ਮਿਟਾਉਣ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਨਾਮ ਦੀ ਕਮਾਈ, ਨਾਮ ਦਾ ਅਭਿਆਸ ਕਰਨਾ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਬਾਰੰਬਾਰ ਸਿਮਰਨ ਕੀਤਿਆਂ, ਬਾਰੰਬਾਰ ਅਭਿਆਸ ਕੀਤਿਆਂ ਨਾਮ ਦਾ ਇਹ ਹਉਮੈ ਹਿਰਦੇ ਵਿੱਚੋਂ ਮਿਟਦੀ ਹੈ। ਨਾਮ ਕਮਾਓ, ਨਾਮ ਜਪੋ, ਨਾਮ ਧਿਆਵੋ ਔਰ ਆਪਣੇ ਹਿਰਦੇ ਚੋਂ ਹਉਮੈ ਨੂੰ ਦੂਰ ਕਰੋ। ਜਗਤ ਅਸਤ ਭਲੀ ਦ੍ਰਿੜ ਕੀਜੈ। ਇਹ ਆਪਣੇ ਹਿਰਦੇ 'ਚ ਪਰਪੱਕ ਕਰ ਲਓ ਵੀ ਇਹ ਸੰਸਾਰ ਅਸਤ ਹੈ, ਨਾਸ਼ਵਾਨ ਹੈ, ਤਰਈ ਕਾਲ ਝੂਠਾ ਹੈ। ਇਹ ਪਹਿਲਾਂ ਵੀ ਨਹੀਂ ਸੀ, ਹੁਣ ਵੀ ਕੱਲਾ ਸਾਡੇ ਭਰਮ ਕਰਕੇ ਦਿਸ ਰਿਹਾ ਹੈ ਤੇ ਬਾਅਦ ਵਿੱਚ ਵੀ ਇਹਨੇ ਨਹੀਂ ਰਹਿਣਾ। ਤਰਈ ਕਾਲ ਨਸ਼ਵਰ ਜਾਣਨਾ ਹੈ ਸੰਸਾਰ ਨੂੰ, ਜਿਵੇਂ ਸੁਪਨਾ। ਸੁਪਨਾ ਸੱਚ ਤਾਂ ਨਹੀਂ ਹੈ, ਜਾਗਣੇ ਤੇ ਪਹਿਲਾਂ ਸੁਪਨਾ ਨਹੀਂ ਸੀ, ਸੌਣ ਤੋਂ ਬਾਅਦ ਉੱਠਣ ਕਰਕੇ ਫੇਰ ਇਹ ਸੁਪਨਾ ਨਹੀਂ ਹੈ। ਕੇਵਲ ਜਦੋਂ ਤੱਕ ਸੁੱਤੇ ਪਏ ਆ ਉਦੋਂ ਤੱਕ ਸੁਪਨਾ ਹੈ। ਇਸੇ ਤਰ੍ਹਾਂ ਸੰਸਾਰ ਗਿਆਨ ਹੋਣ ਤੋਂ ਸੰਸਾਰ ਦੀ ਸਮਾਪਤੀ ਹੋ ਜਾਂਦੀ ਹੈ। ਜਾਗ ਪਾਓ ਜਿਵੇਂ ਸੁਪਨਾ ਚਲਿਆ ਜਾਂਦਾ ਹੈ, ਤੈਸੇ ਆਤਮਾ ਦੇ ਗਿਆਨ ਦੇ ਹੋਣੇ ਨਾਲ ਸੰਸਾਰ ਵਿਲੈ ਹੋ ਜਾਂਦਾ ਹੈ, ਸੰਸਾਰ ਦਾ ਅਭਾਵ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ 'ਚ ਜਾਣ ਲਓ ਕਿ ਇਹ ਜਿਹੜਾ ਸੰਸਾਰ ਹੈ ਇਹ ਅਸਤ ਹੈ, ਇਹ ਨਾਸ਼ਵਾਨ ਹੈ। ਸਤਿ ਆਤਮਾ ਏਕ ਜਨੀਜੈ। ਅਗਰ ਕੁਝ ਸਤ ਹੈ ਤਾਂ ਉਹ ਤੁਹਾਡੀ ਆਤਮਾ, ਕਿਉਂਕਿ ਸਤ ਦੇ ਆਸ਼ਰਿਤ ਤੇ ਅਸਤ ਵੀ ਸਤ ਨਜ਼ਰ ਆਉਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤ ਦੇ ਆਸ਼ਰਿਤ ਇਹ ਜਿਹੜਾ ਅਸਤ ਹੈ ਇਹ ਵੀ ਸਤ ਨਜ਼ਰ ਆ ਰਿਹਾ ਹੈ। ਜਿਵੇਂ ਹਨੇਰੇ 'ਚ ਪਈ ਰੱਸੀ, ਰੱਸੀ ਤਾਂ ਸੱਚ ਹੈ ਨਾ, ਪਰ ਰੱਸੀ ਦੇ ਆਸਰੇ ਸਾਨੂੰ ਨਜ਼ਰ ਆ ਰਿਹਾ ਸੱਪ, ਕਿ ਸੱਪ ਪਿਆ ਹੋਇਆ, ਹਾਲਾਂਕਿ ਸੱਪ ਨਹੀਂ ਹੈ। ਰੱਸੀ ਦੇ ਆਸ਼ਰਿਤ ਸੱਪ ਨਜ਼ਰ ਆ ਰਿਹਾ। ਜੇ ਰੱਸੀ ਨਾ ਹੋਵੇ ਤਾਂ ਸੱਪ ਵੀ ਨਾ ਦਿਸੇ ਉੱਥੇ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਸਾਨੂੰ ਨਜ਼ਰ ਆ ਰਿਹਾ, ਇਹ ਸਾਡੀ ਆਤਮਾ ਸੱਤ ਹੈ, ਸੱਤ ਦੇ ਆਸ਼ਰਿਤ ਇਹ ਸੱਤ ਨਜ਼ਰ ਆ ਰਿਹਾ। ਜਦੋਂ ਸੱਤ ਨੂੰ ਜਾਣ ਲਓਗੇ, ਜਦੋਂ ਰੱਸੀ ਦਾ ਸਰੂਪ ਪਤਾ ਲੱਗ ਗਿਆ, ਉਦੋਂ ਸੱਪ ਆਪਣੇ ਆਪ ਮਿਲਾਇਆ ਹੋ ਗਿਆ।
ਇਸੇ ਤਰ੍ਹਾਂ ਜਦੋਂ ਆਤਮਾ ਨੂੰ ਸਤ ਕਰਕੇ ਜਾਣ ਲਓਗੇ, ਉਦੋਂ ਇਹ ਸੰਸਾਰ ਆਪਣੇ ਆਪ ਹੀ ਵਿਲੈ ਹੋ ਜਾਏਗਾ, ਅਸਤ। ਇਸ ਕਰਕੇ ਆਤਮਾ ਨੂੰ ਹੀ ਸਤ ਕਰਕੇ ਵੇਖੋ ਤੇ ਜਾਣੋ। ਅਸ ਅਭਿਆਸ ਜੇ ਕਰੋ ਸਦੀਵਾ। ਇਹ ਅਭਿਆਸ ਕਰਨਾ ਪਵੇਗਾ ਪਹਿਲਾਂ ਤੁਹਾਨੂੰ ਕਿ ਸੰਸਾਰ ਨਾਸ਼ਵਾਨ ਹੈ, ਮੇਰੇ ਅੰਦਰ ਜਿਹੜੀ ਚੇਤਨਾ ਹੈ ਪਾਰ ਬ੍ਰਹਮ ਪਰਮੇਸ਼ਰ ਦੀ ਆਤਮਾ ਉਹੀ ਸਤ ਹੈ, ਜੋ ਮੇਰੇ ਜਨਮ ਤੋਂ ਇਸ ਸਰੀਰ ਤੋਂ ਪਹਿਲਾਂ ਵੀ ਸੀ, ਇਸ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਰਹੇਗੀ, ਉਹ ਸਤ ਹੈ। ਇਹਦਾ ਅਭਿਆਸ ਕਰੋ। ਮਹਾਰਾਜ ਜੀ ਕਹਿੰਦੇ ਰੋਜ਼ ਜਿਵੇਂ ਯੋਗ ਅਭਿਆਸ ਕਰਦੇ ਹੋ ਨਾ, ਏਦਾਂ ਇਹਦਾ ਅਭਿਆਸ ਕਰੋ। ਹੋਏ ਸ਼ਾਂਤ ਮਨ ਕੋ ਸੁਖ ਸੀਵਾ। ਫਿਰ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਔਰ ਸੁੱਖਾਂ ਦੀ ਸੀਵਾ ਕਹਿੰਦੇ ਨੇ ਹੱਦ ਨੂੰ, ਫਿਰ ਤੁਹਾਨੂੰ ਸੁੱਖਾਂ ਦੀ ਹੱਦ ਪ੍ਰਾਪਤ ਹੋਵੇਗੀ। ਸੁਨ ਕਰ ਨਰਨ ਸਬਨ ਮਨ ਮਾਨਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਸਭ ਨੇ ਮਨ 'ਚ ਇਹਨਾਂ ਬਚਨਾਂ ਨੂੰ ਮੰਨਿਆ, ਇਹਨਾਂ ਬਚਨਾਂ ਦਾ ਮਨਨ ਕੀਤਾ। ਕਰਨ ਲਗੇ ਤੈਂ ਬਿਦ ਸੁਖ ਜਾਨਾ। ਜਿਵੇਂ ਸਤਿਗੁਰੂ ਜੀ ਨੇ ਕਿਹਾ ਤਿਵੇਂ ਕਰਨ ਲੱਗ ਪਏ, ਭਜਨ ਕਰਨ ਲੱਗ ਪਏ, ਨਾਮ ਦੀ ਕਮਾਈ ਕਰਨ ਲੱਗ ਪਏ। ਸਤਿਗੁਰੂ ਜੀ ਨੇ ਜੋ ਮੰਤਰ ਦਿੱਤਾ ਉਹਨੂੰ ਜਪਣ ਲੱਗ ਪਏ। 2 ਦਿਨ 4 ਦਿਨ 10 ਦਿਨ ਮਨਾਂ ਨੂੰ ਸ਼ਾਂਤੀ ਮਿਲਣ ਲੱਗ ਪਈ, ਕਿਉਂਕਿ ਯੋਗ ਸਾਧਨਾ ਦੁਆਰਾ ਪਹਿਲਾਂ ਹੀ ਕਮਾਈ ਤਾਂ ਕਰਦੇ ਹੀ ਸੀ ਨਾ, ਅਭਿਆਸ ਤਾਂ ਸੀਗਾ ਬੈਠਣ ਦਾ। ਜਦੋਂ ਭਜਨ ਕਰਨ ਲੱਗ ਪਏ, ਕੁਝ ਦਿਨਾਂ ਵਿੱਚ ਹੀ ਹਿਰਦਿਆਂ ਦੇ ਵਿੱਚ ਟਿਕਾਅ ਬਣਨ ਲੱਗ ਪਿਆ। ਨਹੀਂ ਤਾਂ ਪਹਿਲਾਂ ਜਦੋਂ ਸਮਾਧੀ ਸਥਿਤ ਹੁੰਦੇ ਉਹਨਾਂ ਚਿਰ ਹੀ ਮਨ ਟਿਕਦਾ, ਮੁੜ ਕੇ ਫਿਰ ਭਟਕਣ ਲੱਗ ਪੈਂਦਾ ਸੀ। ਹੁਣ ਜਦੋਂ ਨੇਤਰ ਖੁੱਲੇ ਹੁੰਦੇ, ਕੰਮਕਾਰ ਕਰ ਰਹੇ ਹੁੰਦੇ ਸੰਸਾਰ ਦੇ, ਉਦੋਂ ਵੀ ਮਨ 'ਚ ਟਿਕਾਅ ਬਣਿਆ ਰਹਿੰਦਾ। ਇਹੋ ਜਿਹੀ ਕਿਰਪਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਹੋਈ। ਤੈਂ ਠਾਂ ਕਿਤਕ ਕਾਲ ਗੁਰ ਰਾਖੇ। ਕੁਝ ਦਿਨ ਇਹਨਾਂ ਨੇ ਸਤਿਗੁਰੂ ਜੀ ਨੂੰ ਆਪਣੇ ਪਾਸ ਬੇਨਤੀ ਕਰਕੇ ਰੱਖਿਆ, ਮਹਾਰਾਜ ਜੀ ਆਪ ਜੀ ਦਇਆ ਕਰਕੇ ਕੁਝ ਸਮਾਂ ਸਾਡੇ ਕੋਲ ਠਹਿਰੋ। ਤੋ ਸਤਿਗੁਰੂ ਜੀ ਨੇ ਵੀ ਇਹਨਾਂ ਦੀ ਭਾਵਨਾ ਵੇਖੀ। ਕੁਝ ਦਿਨ ਸਤਿਗੁਰੂ ਜੀ ਇਹਨਾਂ ਦੇ ਕੋਲ ਰਹੇ। ਹਿਰਨਖੰਡ ਇਸ ਜਗ੍ਹਾ ਦਾ ਨਾਮ ਹੈ ਜਿੱਥੇ ਸਾਹਿਬ ਜੀ ਠਹਿਰੇ ਹਨ। ਬੋਰੋ ਕੀਨ ਗਮਨ ਅਭਿਲਾਖੇ। ਕੁਝ ਦਿਨਾਂ ਤੱਕ ਮਹਾਰਾਜ ਜੀ ਨੇ ਰਹਿ ਕੇ ਇਹਨਾਂ ਸਾਰਿਆਂ ਤੇ ਤਰਸ ਕਰਕੇ ਗੁਰਸਿੱਖੀ ਦੀ ਮਰਿਆਦਾ ਇਹਨਾਂ ਨੂੰ ਦੱਸੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਦੀਆਂ ਰਮਜਾਂ ਦੱਸੀਆਂ। ਕੁਝ ਦਿਨਾਂ ਬਾਅਦ ਫਿਰ ਮਹਾਰਾਜ ਜੀ ਨੇ ਇੱਥੋਂ ਅੱਗੇ ਚੱਲਣ ਦੀ ਤਿਆਰੀ ਕੀਤੀ। ਤਿਨ ਤੇ ਵਿਦਾ ਹੋਏ ਜਗ ਸਾਈਂ। ਸਾਰੇ ਜਗਤ ਦੇ ਸਾਈਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਕੋਲੋਂ ਵਿਦਾ ਹੋ ਕੇ ਚੱਲੇ। ਕਿੰਗ ਪੁਰਖ ਖੰਡ ਪ੍ਰਵਿਸ਼ੇ ਜਾਈ। ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਗ ਪੁਰਖ ਨਾਮ ਇੱਕ ਖੰਡ ਹੈ, ਕਿੰਗ ਪੁਰਖ, ਉੱਥੇ ਚੱਲ ਕੇ ਗਏ ਹਨ। ਨਗਰ ਸਮੀਪ ਜਾਏ ਕਹਿ ਬੈਸੇ। ਔਰ ਕਿੰਗ ਪੁਰਖ ਖੰਡ ਦੇ ਵਿੱਚ ਇੱਕ ਨਗਰ ਹੈ, ਉਸ ਨਗਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਬੈਠ ਗਏ। ਤਨ ਉਪਕਾਰ ਤਰਿਓ ਤਰ ਜੈਸੇ। ਇਹ ਨਗਰ ਹੈ ਤਾਮਲੁੰਗ ਨਾਮਕ ਇਲਾਕਾ ਹੈ ਉਸ ਪਾਸੇ, ਉਸੇ ਮਹਾਰਾਜ ਜੀ ਦਾ ਸਥਾਨ ਵੀ ਹੈ ਸਤਿਗੁਰਾਂ ਦਾ। ਤੋ ਤਾਮਲੁੰਗ ਇਲਾਕੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾ ਕੇ ਬੈਠੇ ਨੇ। ਤਨ ਉਪਕਾਰ ਤਰਿਓ ਤਰ ਜੈਸੇ। ਕਹਿੰਦੇ ਇਉਂ ਜਾ ਕੇ ਬੈਠੇ ਨੇ, ਮਾਨੋ ਆਏ ਪਰ ਉਪਕਾਰ ਵਾਸਤੇ ਨੇ। ਇਹ ਸਰੀਰ ਸਤਿਗੁਰਾਂ ਨੇ ਧਾਰਨ ਹੀ ਉਪਕਾਰ ਵਾਸਤੇ ਕੀਤਾ, ਪਰ ਉਪਕਾਰ ਕਰਨ ਵਾਸਤੇ ਹੀ ਆਏ ਹਨ। ਧਰਮ ਚੰਦ ਤੈ ਹੁਤੋ ਨਿਰਪਾਲਾ। ਇਹ ਜਿਹੜਾ ਨਗਰ ਹੈ ਕਿੰਗ ਪੁਰਖ, ਇਸ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ। ਉਸ ਰਾਜੇ ਦਾ ਨਾਮ ਹੈ ਰਾਜਾ ਧਰਮਚੰਦ। ਹਾਂਜੀ, ਸੰਤਨ ਸੇਵਾ ਕਰਤ ਵਿਸਾਲਾ। ਇਹ ਸੰਤ ਜਨਾਂ ਦੀ ਸੇਵਾ ਟਹਿਲ ਕਰਦਾ। ਰਾਜਾ ਬੜਾ ਧਰਮੀ ਰਾਜਾ ਸੀ, ਨਾਂ ਵੀ ਧਰਮਚੰਦ ਤੇ ਸੀਗਾ ਵੀ ਧਰਮੀ। ਆਮ ਕਰਕੇ ਸੰਸਾਰ ਵਿੱਚ ਜਿਹੋ ਜਿਹਾ ਕਿਸੇ ਦਾ ਨਾਮ ਹੁੰਦਾ, ਕਿਰਦਾਰ ਉਦਾਂ ਦਾ ਨਹੀਂ ਹੁੰਦਾ। ਕਈ ਵਾਰੀ ਬਿਲਕੁਲ ਹੀ ਉਲਟ ਹੁੰਦਾ। ਜਿਹੋ ਜਿਹਾ ਨਾਂ ਹੋਵੇ ਉਹਦੇ ਤੋਂ ਉਲਟ ਕਿਰਦਾਰ ਹੁੰਦਾ। ਇਹ ਸੰਸਾਰ ਦੀ ਰਵਾਇਤ ਹੈ। ਇਹਦਾ ਰਾਜੇ ਦਾ ਨਾਮ ਵੀ ਧਰਮਚੰਦ ਸੀ ਤੇ ਇਹਦਾ ਜਿਹੜਾ ਕਰਮ ਸੀ ਉਹ ਵੀ ਧਰਮੀ ਸੀ। ਬੜਾ ਧਰਮ ਕਰਮ ਦੇ ਕੰਮ ਕਰਦਾ, ਆਪਣੇ ਨਾਂ ਵਾਂਗੂ ਹੀ
ਜਿਹੜੇ ਕੋਈ ਮਹਾਂਪੁਰਸ਼ ਆਉਂਦੇ ਆ ਨਗਰ ਵਿੱਚ, ਸੰਤ ਜਨ ਆਉਂਦੇ ਆ, ਉਹਨਾਂ ਸੰਤ ਜਨਾਂ ਦੀ ਸੇਵਾ ਕਰਦਾ ਹੈ। ਆਨ ਪ੍ਰਣਾਮ ਕੀਨ ਪਦ ਤਾਈ। ਰਾਜੇ ਧਰਮਚੰਦ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ। ਤਾਮਲੁੰਗ ਸ਼ਹਿਰ ਹੈ ਬੜਾ ਵੱਡਾ, ਕਿ ਗਰੀਬ ਨਵਾਜ ਸਾਹਿਬ ਆਏ ਨੇ। ਇਹ ਚੱਲ ਕੇ ਆਇਆ, ਇਸ ਕਰਕੇ ਇਹਨੂੰ ਇਹ ਨਹੀਂ ਸੀ ਪਤਾ ਵੀ ਇਹ ਗੁਰੂ ਨਾਨਕ ਸਾਹਿਬ ਨੇ। ਬਸ ਇੰਨਾ ਸੀ ਵੀ ਮਹਾਂਪੁਰਸ਼ ਨੇ, ਸੰਤ ਨੇ, ਆਏ ਨੇ ਸਾਡੇ ਨਗਰ 'ਚ, ਮੇਰਾ ਫਰਜ਼ ਬਣਦਾ ਮੈਂ ਉਹਨਾਂ ਦੀ ਸੇਵਾ ਟਹਿਲ ਕਰਾਂ। ਤੋ ਭਾਵਨਾ ਨਾਲ ਚੱਲ ਕੇ ਸਤਿਗੁਰਾਂ ਦੇ ਪਾਸ ਆਇਆ। ਭਾਉ ਵਿਸਾਲ ਜਾਸ ਮਨ ਮਾਈ। ਬੜੇ ਪ੍ਰੇਮ ਤੇ ਪਿਆਰ ਨਾਲ ਇਹਨੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਪ੍ਰਣਾਮ ਕੀਤੀ। ਕਹਿਣ ਲਗਿਓ ਮੁਝ ਸੇਵ ਬਤਾਵੋ। ਕਹਿਣ ਲੱਗਾ, ਮਹਾਰਾਜ ਜੀ, ਸੰਤ ਜੀ, ਆਪ ਜੀ ਨੇ ਬੜੀ ਕਿਰਪਾ ਕੀਤੀ, ਸਾਡੇ ਅਹੋ ਭਾਗ ਆ ਕੇ ਦਰਸ਼ਨ ਦਿੱਤੇ ਨੇ। ਮਹਾਰਾਜ ਜੀ, ਮੇਰੇ ਲਾਇਕ ਸੇਵਾ ਦੱਸੋ। ਸੰਤ ਜੀ, ਮੈਂ ਤੁਹਾਡੀ ਕੀ ਸੇਵਾ ਟਹਿਲ ਕਰ ਸਕਦਾ ਹਾਂ? ਕਹੋ ਸੋ ਕਰੋ ਨਾ ਬਿਲਮ ਲਗਾਵੋ। ਮਹਾਰਾਜ ਜੀ, ਜੋ ਤੁਸੀਂ ਕਹੋਗੇ ਮੈਂ ਝੱਟ ਸੇਵਾ ਕਰਾਂਗਾ, ਦੇਰੀ ਨਹੀਂ ਲਾਵਾਂਗਾ। ਇਹ ਰਾਜੇ ਧਰਮਚੰਦ ਨੇ ਏਦਾਂ ਬੇਨਤੀ ਕੀਤੀ। ਮਹਾਰਾਜ ਜੀ, ਹੁਕਮ ਫਰਮਾਓ, ਕੀ ਸੇਵਾ ਕਰੀਏ? ਜੋ ਕਹੋਗੇ ਤਾਤਕਾਲ ਉਸੇ ਵੇਲੇ ਮੈਂ ਉਹੀ ਸੇਵਾ ਕਰਾਂਗਾ। ਸੁਨੀਏ ਸ਼੍ਰੀ ਅੰਗਦ ਤੈਂ ਕਾਲਾ। ਇਹ ਸਾਰੀ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭਾਈ ਬਾਲਾ ਜੀ ਸੁਣਾ ਰਹੇ ਨੇ। ਕਹਿੰਦੇ, ਮਹਾਰਾਜ ਜੀ, ਮੈਂ ਕੋਲ ਹੀ ਬੈਠਾ ਸੀ ਉਸ ਵਕਤ ਜਦੋਂ ਰਾਜੇ ਨੇ ਏਦਾਂ ਬੇਨਤੀ ਕੀਤੀ। ਤਾਂ ਉਸ ਵਕਤ ਮੁਝੇ ਬਨਾਇਓ ਸ਼ੇਰ ਬਿਸਾਲਾ। ਸਤਿਗੁਰੂ ਜੀ ਨੇ ਇਹੋ ਜਿਹੀ ਖੇਡ ਬਣਾਈ, ਕਲਾ ਵਰਤਾਈ ਕਿ ਰਾਜੇ ਧਰਮਚੰਦ ਨੂੰ ਏਦਾਂ ਵਿਖਾਇਆ ਕਿ ਭਾਈ ਬਾਲਾ ਜੀ ਬੱਬਰ ਸ਼ੇਰ ਦਾ ਰੂਪ ਨੇ। ਹੈਣ ਤਾਂ ਉਹ ਮਾਨਵੀ ਸਰੀਰ 'ਚ, ਪਰ ਰਾਜੇ ਧਰਮਚੰਦ ਨੂੰ ਮਹਾਰਾਜ ਜੀ ਵਿਖਾ ਰਹੇ ਨੇ ਵੀ ਇਹ ਸ਼ੇਰ ਬੈਠਾ ਹੈ। ਧਰਮਚੰਦ ਰਾਜੇ ਨੂੰ ਭਾਈ ਬਾਲਾ ਜੀ ਬੱਬਰ ਸ਼ੇਰ ਦੇ ਰੂਪ ਦੇ ਵਿੱਚ ਨਜ਼ਰ ਆਏ। ਕਰੋ ਸੇਵ ਜੇ ਭੂਪ ਉਦਾਰਾ। ਤੇ ਸਤਿਗੁਰੂ ਜੀ ਰਾਜੇ ਨੂੰ ਕਹਿੰਦੇ, ਹੇ ਰਾਜਾ, ਜੇ ਤੂੰ ਸਾਡੀ ਸੇਵਾ ਕਰਨੀ ਹੈ, ਪੁੱਛਦਾ ਵੀ ਕੀ ਸੇਵਾ ਕਰੀਏ? ਜੇ ਤੈਂ ਸਾਡੀ ਸੇਵਾ ਕਰਨੀ ਹੈ, ਪ੍ਰਿਥਮੈ ਦੀਜੈ ਸ਼ੇਰ ਆਹਾਰਾ। ਏਦਾਂ ਕਰ ਵੀ ਆ ਸਾਡਾ ਸ਼ੇਰ ਬੈਠਾ, ਪਹਿਲਾਂ ਇਹਨੂੰ ਭੋਜਨ ਛਕਾ, ਪਹਿਲਾਂ ਇਹਦੀ ਸੇਵਾ ਕਰ, ਇਹਨੂੰ ਭੋਜਨ ਛਕਾ। ਆਮਿਕ ਅਵਰ ਨ ਖਾਵਤ ਕੋ। ਸਾਡਾ ਜਿਹੜਾ ਇਹ ਸ਼ੇਰ ਹੈ, ਇਹ ਕੋਈ ਹੋਰ ਮਾਸ ਨਹੀਂ ਖਾਂਦਾ ਵੀ ਜੇ ਤੂੰ ਆਖੇ ਕਿਸੇ ਜਾਨਵਰ ਦਾ ਜਾਂ ਕਿਸੇ ਪਸ਼ੂ ਦਾ ਮਾਸ ਲੈ ਆਵੇਂ। ਏਦਾਂ ਨਹੀਂ ਇਹ ਮਾਸ ਖਾਂਦਾ। ਪਛਤ ਰਾਜ ਪੁੱਤਰ ਹੋਏ ਜੋ। ਇਹ ਕੇਵਲ ਇੱਕੋ ਮਾਸ ਖਾਂਦਾ ਹੈ, ਔਰ ਉਹ ਮਾਸ ਹੈ ਕਿਸੇ ਰਾਜੇ ਦਾ, ਰਾਜਕੁਮਾਰ ਹੋਵੇ, ਉਹਦਾ ਲੜਕਾ ਹੋਵੇ, ਰਾਜਪੁੱਤਰ ਹੋਵੇ, ਕੇਵਲ ਉਹਦਾ ਮਾਸ ਖਾਂਦਾ, ਹੋਰ ਨਹੀਂ ਕੁਝ ਖਾਂਦਾ। ਸਾਡਾ ਇਹ ਸ਼ੇਰ ਹੈ, ਸੇਵਾ ਕਰਨੀ ਇਹਦੀ ਸੇਵਾ ਕਰ, ਪਰ ਸੇਵਾ ਕਰਨ ਤੋਂ ਪਹਿਲਾਂ ਤੈਨੂੰ ਦੱਸ ਦਈਏ ਕਿ ਇਹ ਕੇਵਲ ਰਾਜਪੁੱਤਰਾਂ ਨੂੰ ਖਾਂਦਾ, ਕਿਸੇ ਰਾਜੇ ਦਾ ਲੜਕਾ ਹੋਵੇ ਉਹਨੂੰ ਖਾਵੇਗਾ। ਤੈਂ ਪਰਖਨ ਅਸ ਗੁਰੂ ਅਲਾਇਆ। ਮਹਾਰਾਜ ਜੀ ਰਾਜੇ ਧਰਮਚੰਦ ਨੂੰ ਪਰਖਣਾ ਚਾਹੁੰਦੇ ਸੀ ਵੀ ਸੇਵਾ ਕਰਦਾ ਸੰਤ ਜਨਾਂ ਦੀ ਕਿੱਥੇ ਤੱਕ ਪਹੁੰਚੀ ਹੈ ਖੇਡ ਅੰਦਰ ਦੀ। ਸਮਰਪਣ ਭਾਵ, ਕਿਉਂਕਿ ਖਾਲਸਾ ਜੀ ਇੱਕ ਗੱਲ ਯਾਦ ਰੱਖਣੀ ਚਾਹੀਏ, ਗੁਰੂ ਕੇ ਸਿੱਖ ਅੰਦਰ ਜਦੋਂ ਤੱਕ ਸਮਰਪਣ ਦਾ ਭਾਵ ਨਹੀਂ ਹੈ ਉਦੋਂ ਤੱਕ ਗੱਲ ਨਹੀਂ ਬਣਨੀ। ਗੁਰੂ ਕਾ ਸਿੱਖ ਕਿਉਂ? ਪੂਰੇ ਸੰਸਾਰ ਭਰ ਦੇ ਵਿੱਚ ਜਿਤਨੇ ਧਰਮ ਨੇ, ਉਹਨਾਂ ਧਰਮਾਂ ਦੇ ਜਿਤਨੇ ਰਹਿਬਰ ਨੇ, ਪੀਰ ਨੇ, ਪੈਗੰਬਰ ਨੇ, ਉਹ ਸਭ ਇਹੀ ਚਾਹੁੰਦੇ ਨੇ ਕਿ ਜਿਹੜੇ ਸਾਡੇ ਅਨੁਯਾਈ ਨੇ ਆਪਣਾ ਆਪ ਸਾਡੇ ਅੱਗੇ ਸਮਰਪਣ ਕਰਦੇ। ਸਮਰਪਣ ਤੋਂ ਬਿਨਾਂ ਗੱਲ ਬਣਨੀ ਨਹੀਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜਦੋਂ ਇਹ ਗੱਲ ਸਾਹਿਬ ਕਹਿੰਦੇ ਆ ਨਾ ਕਿ ਤਨ ਮਨ ਸਭ ਧਨ ਸਭ ਸਾਹਿਬ ਜੀ ਦਾ ਹੈ, ਇਹ ਸਮਰਪਣ ਹੈ। ਮਹਾਰਾਜ ਸਭ ਕੁਝ ਤੁਹਾਡਾ, ਕੇਵਲ ਕਹਿਣ ਮਾਤਰ ਕਰਕੇ ਹੀ ਨਾ ਹੋਵੇ। ਜਦੋਂ ਪਾਤਸ਼ਾਹ ਪਰਖਣ ਤੇ ਉਸ ਵੇਲੇ ਖਰਾ ਵੀ ਉਤਰਦਾ ਹੋਵੇ। ਤੋ ਰਾਜੇ ਧਰਮਚੰਦ ਨੂੰ ਮਹਾਰਾਜ ਜੀ ਨੇ ਪਰਖਣਾ ਸੀ। ਕਹਿੰਦੇ, ਰਾਜਾ
ਆ ਭਾਈ ਬਾਲਾ ਜੀ ਸ਼ੇਰ ਵਿਖਾ ਦਿੱਤਾ ਵੀ ਇਹ ਸ਼ੇਰ ਬੈਠਾ ਸਾਡੇ ਕੋਲ। ਇਹਦਾ ਭੋਜਨ ਹੈ ਕਿ ਰਾਜੇ ਦੇ ਪੁੱਤਰ ਦਾ ਮਾਸ ਖਾਂਦਾ। ਜੇ ਹੈ ਤੇਰੇ ਕੋਲ ਤੇਰਾ ਪੁੱਤਰ ਤੇ ਲਿਆ ਇਹਨੂੰ ਖਵਾ ਦੇ। ਤੇ ਪਰਖਣ ਵਾਸਤੇ ਸਤਿਗੁਰੂ ਜੀ ਨੇ ਬਚਨ ਕਹੇ, ਸੁਨ ਭੂਪਤ ਨੇ ਹਿਰਦਾ ਡੁਲਾਇਆ। ਸੁਣ ਕੇ ਰਾਜੇ ਧਰਮਚੰਦ ਨੇ ਆਪਣਾ ਮਨ ਨਹੀਂ ਡੁਲਾਇਆ। ਕਯੋ ਨਿਕੇਤ ਪੁੱਤਰ ਹੈ ਮੇਰਾ। ਮਨ ਨਹੀਂ ਡੋਲਿਆ ਇਹਦਾ। ਹੱਥ ਜੋੜ ਕੇ ਕਹਿੰਦਾ, ਸੰਤ ਜੀ ਇਹ ਤਾਂ ਗੱਲ ਹੀ ਕੋਈ ਨਹੀਂ। ਮੇਰੇ ਕੋਲ ਮੇਰਾ ਇੱਕੋ ਇੱਕ ਪੁੱਤਰ ਹੈ ਘਰ ਵਿੱਚ, ਰਾਜਕੁਮਾਰ, ਜਿਹਨੇ ਮੇਰੇ ਤੋਂ ਬਾਅਦ ਮੇਰੀ ਰਾਜ ਗੱਦੀ ਦਾ ਰਾਜਾ ਬਣਨਾ। ਇੱਕੋ ਇੱਕ ਪੁੱਤਰ ਹੈ। ਆਇਸ ਦਿਓ ਆਨੋ ਬਿਨ ਦੇਰਾ। ਮਹਾਰਾਜ ਆਗਿਆ ਹੋਵੇ ਤਾਂ ਮੈਂ ਘਰ ਜਾਵਾਂ, ਬਿਨਾਂ ਦੇਰੀ ਤੋਂ ਉਹਨੂੰ ਤੁਹਾਡੇ ਕੋਲ ਲੈ ਕੇ ਆਵਾਂਗਾ। ਇਉਂ ਕਹਿ ਪੁੱਤਰ ਬੁਲਾਏ ਪਠਾਇਆ। ਏਦਾਂ ਉਸੇ ਵੇਲੇ ਕਹਿ ਕੇ ਨੇ ਆਪਣਾ ਪੁੱਤਰ ਬੁਲਾਇਆ। ਤੈ ਸਥਾਨ ਤਤ ਛਿਨ ਸੋ ਆਇਆ। ਰਾਜੇ ਦਾ ਪੁੱਤਰ ਵੀ ਬੜਾ ਆਗਿਆਕਾਰੀ, ਜੈਸਾ ਪਿਤਾ ਅੱਗੋਂ ਵੈਸਾ ਪੁੱਤਰ ਵੀ ਹੈ। ਪਿਤਾ ਜੈਸਾ ਹੀ ਸਮਰਪਣ ਉਹਦੇ ਵਿੱਚ ਹੈ। ਉਹਨੂੰ ਬੁਲਾ ਲਿਆ, ਉਹ ਵੀ ਚੱਲ ਕੇ ਪਹੁੰਚ ਗਿਆ ਸਤਿਗੁਰਾਂ ਕੋਲ। ਸੰਤ ਸੇਵ ਮੈਂ ਲਗੇ ਸਰੀਰਾ। ਰਾਜੇ ਦਾ ਪੁੱਤਰ ਵੀ ਕਹਿੰਦਾ ਹੈ, ਪਿਤਾ ਜੀ ਜੇ ਸੰਤ ਜਨਾਂ ਦੀ ਸੇਵਾ ਵਿੱਚ ਮੇਰਾ ਇਹ ਸਰੀਰ ਲੱਗ ਜੇ ਤੇ ਹੋਰ ਕੀ ਚਾਹੀਦਾ, ਮਰਨਾ ਤਾਂ ਹੈ ਹੀ ਅੱਜ ਨਹੀਂ ਤਾਂ ਕੱਲ। ਜੇ ਇਹ ਸਰੀਰ ਲੇਖੇ 'ਚ ਲੱਗ ਜੇ ਮਹਾਂਪੁਰਸ਼ਾਂ ਦੀ ਸੇਵਾ ਕਰਦਿਆਂ, ਇਹਦੇ ਤੋਂ ਵਧੀਆ ਹੋਰ ਕੀ ਹੋ ਸਕਦਾ। ਹਾਂਜੀ, ਅਸ ਵਿਚਾਰ ਕਰ ਬਾਂਦੀ ਧੀਰਾ। ਇਦਾਂ ਦੀ ਵਿਚਾਰ ਕਰਕੇ ਹੁਣ ਸ਼ੇਰ ਦੇ ਸਾਹਮਣੇ ਜਾਣ ਦਾ ਹੌਸਲਾ ਕੋਈ ਛੋਟੀ ਗੱਲ ਨਹੀਂ ਸੀ। ਸਾਹਮਣੇ ਮੌਤ ਦਿਸਦੀ ਹੋਵੇ ਤੇ ਕੋਲ ਜਾਣਾ ਬੜੀ ਵੱਡੀ ਦਲੇਰੀ ਸੀ। ਉਹਨੇ ਧੀਰਜ ਬੰਨਿਆ ਆਪਣੇ ਹਿਰਦੇ ਵਿੱਚ। ਹਾਂਡੋ ਕੀਨੋ ਸ਼ੇਰ ਅਗਾਰੀ। ਰਾਜੇ ਨੇ ਆਪ ਬਾਹ ਫੜੀ ਆਪਣੇ ਪੁੱਤਰ ਦੀ, ਸਿਰ ਤੇ ਹੱਥ ਫੇਰਿਆ ਤੇ ਭਾਈ ਬਾਲਾ ਜੀ ਜਿਹੜੇ ਸ਼ੇਰ ਰੂਪ 'ਚ ਨਜ਼ਰ ਆ ਰਹੇ ਸੀ, ਉਹਨਾਂ ਦੇ ਸਨਮੁਖ ਲਿਆ ਕੇ ਆਪਣਾ ਪੁੱਤਰ ਖੜਾ ਕਰ ਦਿੱਤਾ। ਧੰਨ ਭੂਪ ਗੁਰ ਗਿਰਾ ਉਚਾਰੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਏ। ਭਾਈ ਬਾਲਾ ਜਿਹੜਾ ਪਹਿਲੋਂ ਸ਼ੇਰ ਵਾਂਗੂ ਨਜ਼ਰ ਆਉਂਦਾ ਸੀ, ਝੱਟ ਰਾਜੇ ਨੂੰ ਭਾਈ ਬਾਲੇ ਦਾ ਸਰੂਪ ਨਜ਼ਰ ਆਉਣ ਲੱਗ ਪਿਆ। ਤੇ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ, ਹੇ ਰਾਜਾ ਧਰਮਚੰਦ ਤੂੰ ਧੰਨ ਹੈ। ਜਿਹਨੂੰ ਸਤਿਗੁਰੂ ਜੀ ਨੇ ਧੰਨ ਆਖਿਆ ਹੋਵੇ ਉਹ ਕਿੱਡੀ ਵੱਡੀ ਪਦਵੀ ਦਾ ਮਾਲਕ ਹੋਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਸ ਨੂੰ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਖਿਆ ਹੋਵੇ, ਹੇ ਰਾਜਾ ਤੂੰ ਧੰਨ ਹੈ, ਤੇ ਕਿੱਡੀ ਖੇਡ ਹੋਵੇਗੀ ਉਸ ਦੀ। ਮਹਾਰਾਜ ਜੀ ਕਹਿੰਦੇ, ਧੰਨ ਭੂਪ, ਹੇ ਰਾਜਾ ਤੂੰ ਧੰਨ ਹੈ। ਸੰਤ ਸੇਵ ਮੈਂ ਤਵ ਮਨ ਰਾਤਾ। ਤੇਰਾ ਮਨ ਸੰਤ ਜਨਾਂ ਦੀ ਸੇਵਾ ਵਿੱਚ ਰੰਗਿਆ ਹੋਇਆ। ਤੇਰਾ ਮਨ ਰੱਬ ਦੇ ਪਿਆਰਿਆਂ ਸਾਧੂਆਂ ਦੀ ਸੇਵਾ ਵਿੱਚ ਲੱਗਾ ਹੋਇਆ। ਸਤ ਨਾਮ ਜਪ ਅਬ ਸੁਖ ਦਾਤਾ। ਹੁਣ ਸੱਚਾ ਨਾਮ ਜਪੀ, ਹੇ ਰਾਜਾ। ਜਿੱਥੇ ਸੰਤ ਜਨਾਂ ਦੀ ਸੇਵਾ ਕਰਦਾ, ਸੇਵਾ ਕਰਦਿਆਂ ਨਾਲ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਇਹ ਮਰਜ਼ਾਦਾ ਹੈ ਖਾਲਸਾ ਜੀ ਸੇਵਾ ਕਰਨ ਨਾਲ। ਅਸੀਂ ਸੇਵਾ ਕਰਦੇ ਹੁੰਨੇ ਆ ਗੁਰੂ ਘਰਾਂ ਵਿੱਚ, ਪਰ ਸੇਵਾ ਕਰਦਿਆਂ ਰਸਨਾ ਤੋਂ ਭਜਨ ਨਹੀਂ ਕਰਦੇ। ਵਿਰਲੇ ਗੁਰਸਿੱਖ ਨੇ ਜਿਹੜੇ ਬਾਣੀ ਪੜ੍ਹ ਕੇ ਨਾਲ ਸੇਵਾ ਕਰਦੇ ਐ, ਨਹੀਂ ਤਾਂ ਚੀਖ ਝਿਹਾੜਾ ਹੀ ਪਾਇਆ ਹੁੰਦਾ। ਓਏ ਆ ਲਿਆਈ ਜੁੱਤੀ ਇੱਧਰ, ਆਹ ਨੰਬਰ ਰੱਖੀ ਉੱਥੇ। ਉੱਚੀ ਉੱਚੀ ਸੇਵਾ ਕਰਨੀ ਹੋਵੇ ਨਾਲ ਸਿਮਰਨ ਕਰੀਏ। ਨਾਲੇ ਜੇ ਕੋਈ ਗੱਲ ਕਰਨੀ ਤਾਂ ਇਸ਼ਾਰੇ ਨਾਲ ਸਮਝਾ ਵੀ ਆਹ ਏਦਾਂ ਕਰ ਲਓ। ਬੋਲਣ ਤੇ ਕੰਟਰੋਲ ਰੱਖਣਾ ਚਾਹੀਦਾ, ਰਸਨਾ ਤੇ। ਭਜਨ ਵਿੱਚ ਲਾਈਏ ਮਨ। ਜਿੱਥੇ ਜਿੱਥੇ ਵੀ ਕੋਈ ਸੇਵਾ ਕਰਦਾ, ਜਿੱਦਨੇ ਵੀ ਗੁਰੂ ਅਸਥਾਨ ਨੇ, ਜਿੱਥੇ ਜਿੱਥੇ ਵੀ ਕੋਈ ਸੇਵਾ ਕਰਦਾ, ਤਨ ਮਨ ਧਨ ਕਰਕੇ, ਖਾਸ ਕਰਕੇ ਤਨ ਕਰਕੇ ਜਿੱਥੇ ਜਿੱਥੇ ਵੀ ਸੇਵਾਵਾਂ ਨਿਭਾਉਂਦੇ ਹੋ ਭਾਈ, ਸੇਵਾ ਦੇ ਨਾਲ ਨਾਲ ਸਿਮਰਨ ਕਰਿਆ ਕਰੋ। ਯਤਨ ਕਰਿਆ ਕਰੋ ਵੀ ਮੂੰਹ ਤੋਂ ਘੱਟ ਬੋਲੀਏ। ਬਹੁਤ ਅਤੀ ਅਵਸ਼ਕ ਹੋਵੇ, ਕੋਈ ਗੱਲ ਕਰਨ ਦੀ ਲੋੜ ਪਵੇ ਤਾਂ ਕਰ ਲਓ, ਨਹੀਂ ਤਾਂ ਬਿਲਕੁਲ ਹੀ ਗੁਪਤ ਹੋ ਕੇ ਸੇਵਾ ਕਰੋ। ਇਉਂ ਜਾਪੇ ਵੀ ਕੋਈ ਹੈ ਹੀ ਨਹੀਂ ਉੱਥੇ। ਜਦੋਂ ਬਿਲਕੁਲ ਸ਼ਾਂਤੀ ਨਾਲ ਸੇਵਾ ਕਰੋਗੇ ਨਾ, ਫਿਰ ਮਹਿਸੂਸ ਹੋਵੇਗਾ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਕੋਲ ਬੈਠੇ ਹੈ।
ਸਤਿ ਸ੍ਰੀ ਅਕਾਲ। ਜਦੋਂ ਭਗਦੜ ਦੇ ਵਿੱਚ ਅਸ਼ਾਂਤੀ ਨਾਲ ਫਿਰਾਂਗੇ ਨਾ, ਸਤਿਗੁਰੂ ਜੀ ਕੋਲ ਬੈਠੇ ਵੀ ਨਜ਼ਰ ਨਹੀਂ ਆਉਣੇ, ਮਹਿਸੂਸ ਹੀ ਨਹੀਂ ਹੋਣਾ ਵੀ ਕੋਲ ਨੇ। ਪਰ ਜਦੋਂ ਭੈ ਵਿੱਚ ਰਹਿ ਕੇ ਸੇਵਾ ਕਰਦਿਆਂ, ਸਿਮਰਨ ਕਰਦਿਆਂ ਟਿਕਾ ਵਿੱਚ, ਫਿਰ ਇਉਂ ਜਾਪਾਂਗੇ, ਇਉਂ ਪਤਾ ਲੱਗੇਗਾ ਵੀ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸੇਵਾ ਕਿਸੇ ਨੂੰ ਵਿਖਾਉਣ ਵਾਸਤੇ ਨਹੀਂ ਹੈ ਭਾਈ, ਸੇਵਾ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣ ਵਾਸਤੇ। ਤੋ ਮਹਾਰਾਜ ਜੀ ਕਹਿੰਦੇ, ਸੰਤ ਜੀ ਸੇਵਾ ਕਰਦੇ ਹੋ। ਰਾਜਾ ਧਰਮਚੰਦ ਜੀ ਸੇਵਾ ਨਾਲ ਅੱਜ ਨਾਲ ਜਪਿਆ ਕਰੋ, ਅੱਜ ਤੋਂ ਬਾਅਦ ਸਤਨਾਮ ਸ੍ਰੀ ਵਾਹਿਗੁਰੂ। ਸੇਵਾ ਕਰੋ, ਨਾਲ ਸੇਵਾ ਕਰਦਿਆਂ ਸਿਮਰਨ ਕਰੋ। ਸਤ ਸੰਗਤ ਮੈਂ ਪ੍ਰੀਤ ਤੁਮਾਰੀ। ਤੁਹਾਡੇ ਮਨ 'ਚ ਸੰਤ ਜਨਾਂ ਦੀ ਸੰਗਤ ਦੀ ਪ੍ਰੀਤ ਹੈ, ਤੁਸੀਂ ਸੰਤ ਜਨਾਂ ਦੀ ਸੰਗਤ ਕਰਦੇ ਹੋ। ਅੰਤ ਸਮੇਂ ਗਤ ਪਾਏ ਸੁਖਾਰੀ। ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਰਾਜਾ ਧਰਮਚੰਦ ਸੇਵਾ ਕਰਦਿਆਂ ਨਾਲ ਨਾਲ ਜਦੋਂ ਸਿਮਰਨ ਕਰੋਗੇ, ਸਿਮਰਨ ਕਰਦਿਆਂ ਕਰਦਿਆਂ ਜਿਹਦਾ ਸਿਮਰਨ ਕਰੋਗੇ ਉਹਦੇ ਵਿੱਚ ਹੀ ਜਾ ਕੇ ਅਭੇਦ ਹੋ ਜਾਓਗੇ, ਉਸੇ ਵਿੱਚ ਹੀ ਜਾ ਕੇ ਇੱਕ ਮਿਕ ਹੋ ਜਾਓਗੇ। ਕਿਤਕ ਦਿਵਸ ਤੈ ਰਹੇ ਜਗ ਤੇਸ਼ਾ। ਕੁਝ ਦਿਨ ਜਗਤ ਦੇ ਈਸ਼ਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਧਰਮਚੰਦ ਦੇ ਕੋਲ ਰਹੇ। ਹਰ ਕੀਰਤ ਕੋ ਦੀਏ ਉਪਦੇਸ਼ਾ। ਹਰੀ ਕੀਰਤੀ ਦਾ ਉਪਦੇਸ਼ ਸਾਰੇ ਨਗਰ ਨੂੰ ਵੀ ਦਿੱਤਾ। ਬਹੁਤ ਸਾਰੇ ਪ੍ਰਾਣੀਆਂ ਨੂੰ ਹਰੀ ਕੀਰਤਨ ਕਰਨ ਦਾ, ਪਰਮੇਸ਼ਰ ਦੀ ਕੀਰਤੀ ਕਰਨ ਦਾ ਉਪਦੇਸ਼ ਦਿੱਤਾ। ਅਪਰ ਥਾਨ ਕੀਏ ਗਮਨ ਗੁਸਾਈ। ਜਗਤ ਗੁਰੂ ਪਾਤਸ਼ਾਹ ਜੀ ਇੱਥੋਂ ਹੋਰ ਅੱਗੇ ਚੱਲੇ। ਹਰ ਵਰਖ ਖੰਡ ਹੁਤੋ ਜੇ ਥਾਈ। ਪਾਤਸ਼ਾਹ ਜੀ ਮਹਾਰਾਜ ਜੀ ਹਰ ਵਖੰਡ ਵਾਲੇ ਪਾਸੇ ਵਧੇ ਨੇ, ਜਿਹਨੂੰ ਭੂਟਾਨ ਦਾ ਇਲਾਕਾ ਕਹਿੰਦੇ ਹਨ। ਭੂਟਾਨ ਦੇ ਇਲਾਕੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ। ਨਿਕਟ ਨਗਰ ਕੇ ਬੈਠੇ ਜਬਈ। ਇੱਕ ਨਗਰ ਹੈ, ਉਹਦੇ ਨੇੜੇ ਜਾ ਕੇ ਗਰੀਬ ਨਵਾਜ ਸਾਹਿਬ ਜੀ ਸਜ ਗਏ। ਤੈਂ ਕੋ ਭੂਪ ਤੇ ਆਇਓ ਤਬਈ। ਜਿਹੜਾ ਇਸ ਹਰਵਖੰਡ ਦਾ ਰਾਜਾ ਸੀ, ਉਹ ਚੱਲ ਕੇ ਆਇਆ ਮਹਾਰਾਜ ਜੀ ਦੇ ਕੋਲ। ਹਾਥ ਬੰਦ ਬੋ ਬਿਨਤੀ ਕਰਕੇ। ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਬੇਨਤੀ ਕਰਕੇ ਬੋਲਿਆ, ਰਿਓ ਚਰਨ ਪਰ ਨਿਜ ਸਿਰ ਧਰ ਕੇ। ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਟਿਕਾ ਕੇ ਨੇ ਬੇਨਤੀ ਕੀਤੀ। ਓਏ ਅਦੀਨ ਜਬ ਰਿਓ ਅਗਾਰੀ। ਮਹਾਰਾਜ ਜੀ ਅੱਗੇ ਝੁਕਿਆ ਰਿਹਾ, ਸੀਸ ਧਰਤੀ ਤੇ ਰੱਖ ਕੇ ਨਮਸਕਾਰ ਕੀਤੀ। ਤਬ ਇਉਂ ਸ਼੍ਰੀ ਗੁਰ ਗਿਰਾ ਉਚਾਰੀ। ਇਹਦੀ ਵਿਨਿਮਰਤਾ, ਇਹਦੀ ਭਾਵਨਾ ਵੇਖ ਕੇ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਜੋਏ ਪਦਾਰਥ ਮਨ ਅਬਿਲਾਖੋ। ਮਹਾਰਾਜ ਜੀ ਕਹਿੰਦੇ, ਹਾਂ ਰਾਜਨ, ਦੱਸ ਕਿਸ ਪਦਾਰਥ ਦੀ ਅਭਿਲਾਖਾ ਹੈ, ਕੀ ਕਾਂਖਾ ਹੈ ਤੇਰੇ ਮਨ ਦੀ। ਸੋ ਲੀਜੇ ਨਿਜ ਮੁਖ ਤੇ ਪਾਖੋ। ਉਹੀ ਦੇਾਂਗੇ ਜੋ ਕਹੇਗਾ। ਮਹਾਰਾਜ ਜੀ ਕਹਿੰਦੇ ਰਾਜੇ ਨੂੰ, ਹੇ ਰਾਜਨ, ਕੀ ਇੱਛਾ ਹੈ? ਜੋ ਇੱਛਾ ਹੈ ਉਹ ਦੱਸ, ਉਹੀ ਦੇਵਾਂਗੇ ਜੋ ਕਹੇਗਾ। ਸਤਿਗੁਰ ਕੀ ਸਿੱਖੀ ਉਰ ਧਾਰੋ। ਔਰ ਅਕਾਲ ਪੁਰਖ ਜੀ ਦੀ ਇਹ ਸਿੱਖੀ ਹੈ, ਇਸ ਸਿੱਖੀ ਨੂੰ ਧਾਰਨ ਕਰ। ਜਨਮ ਮਰਨ ਕੇ ਬੰਧ ਨਿਵਾਰੋ। ਗੁਰੂ ਕੀ ਸਿੱਖੀ ਨੂੰ ਧਾਰਨ ਕਰਕੇ ਆਪਣੇ ਜਨਮ ਤੇ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾ। ਜਨਮ ਮਰਨ ਦੇ ਬੰਧਨਾਂ ਤੋਂ ਸदैवी ਕਾਲ ਲਈ ਮੁਕਤ ਹੋ ਜਾ। ਸੁਨ ਬਾਣੀ ਆਪਣੇ ਅਨੁਕੂਲਾ। ਸਤਿਗੁਰੂ ਜੀ ਦੇ ਬਚਨ ਜਦੋਂ ਰਾਜੇ ਨੇ ਸੁਣੇ, ਕਹੇ ਭੂਪ ਤੁਮ ਮੰਗਲ ਮੂਲਾ। ਕਹਿਣ ਲੱਗਾ, ਮਹਾਰਾਜ ਤੁਹਾਡੀ ਸੋਭਾ ਸੁਣੀ ਹੈ, ਕਿਸੇ ਮਹਾਂਪੁਰਸ਼ ਕੋਲੋਂ ਸੁਣੀ ਸੀ ਤੁਹਾਡੀ ਵਡਿਆਈ, ਤੁਸੀਂ ਉਹੀ ਹੋ, ਮੈਂ ਪਹਿਚਾਣਿਆ। ਮਹਾਰਾਜ ਤੁਸੀਂ ਖੁਸ਼ੀਆਂ ਦਾ ਮੂਲ ਹੋ, ਮੰਗਲ ਮੂਲਾ। ਮੰਗਲ ਕਿਹਨੂੰ ਕਹਿੰਦੇ ਆ? ਮੰਗਲ ਕਹਿੰਦੇ ਆ ਖੁਸ਼ੀ ਨੂੰ। ਆਪਾਂ ਕਹਿ ਦਿੰਦੇ ਕੁਸ਼ਲ ਮੰਗਲ। ਮੰਗਲ ਮਤਲਬ ਖੁਸ਼ੀ, ਖੇੜਾ। ਦੁਨੀਆ ਵਿੱਚ ਜਿਤਨੀ ਖੁਸ਼ੀ ਹੈ, ਜਿਤਨੀ ਵੀ ਖੁਸ਼ੀ ਹੈ, ਉਸ ਖੁਸ਼ੀ ਦੀ ਜੜ हे ਗੁਰੂ ਨਾਨਕ ਸਾਹਿਬ ਜੀ ਤੁਸੀਂ ਹੋ। ਸਭ ਖੁਸ਼ੀਆਂ ਤੁਹਾਡੇ ਚਰਨਾਂ ਚੋਂ ਪ੍ਰਾਪਤ ਹੁੰਦੀਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ
ਤੁਹਾਡੇ ਚਰਨਾਂ ਚੋਂ ਹੀ ਸਭ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਸੁਨੋ ਸੰਤ ਜੀ ਸਭ ਸੁਖਦਾਈ। ਮਹਾਰਾਜ ਜੀ ਤੁਸੀਂ ਸਭ ਸੁਖ ਦੇਣ ਵਾਲੇ ਹੋ, ਮੈਨੂੰ ਸਾਰੇ ਸੁਖ ਦਿੱਤੇ ਨੇ। ਹਿਤ ਸੰਤਤ ਬੋ ਕੀਏ ਉਪਾਈ। ਪਾਤਸ਼ਾਹ ਅੱਜ ਮੈਂ ਤੁਹਾਡੇ ਚਰਨਾਂ 'ਚ ਇਸ ਕਰਕੇ ਡਿੱਗਿਆ ਕਿ ਮੇਰੇ ਕੋਲ ਸਾਰੇ ਸੁੱਖ ਨੇ, ਰਾਜ ਭਾਗ ਹੈ, ਸਭ ਖੁਸ਼ੀਆਂ ਨੇ, ਪਰ ਮਹਾਰਾਜ ਜੀ ਮੇਰੇ ਕੋਲ ਸੰਤਾਨ ਨਹੀਂ ਹੈ, ਮੇਰੀ ਰਾਜ ਗੱਦੀ ਦਾ ਮੇਰੇ ਕੋਲ ਵਾਰਸ ਨਹੀਂ ਹੈ। ਹਾਂਜੀ, ਕਿਸ ਪ੍ਰਕਾਰ ਅਭਿਲਾਖ ਨਾ ਪੂਰੀ। ਮੈਂ ਬੜੇ ਬੜੇ ਮਹਾਂਪੁਰਸ਼ਾਂ ਸਾਧੂਆਂ ਨੂੰ ਮਨਾਇਆ ਜਿੰਨੇ ਇਸ ਨਗਰ ਵਿੱਚ ਆਏ, ਮੇਰੀ ਅਭਿਲਾਖਾ ਪੂਰਨ ਨਹੀਂ ਹੋਈ। ਮਹਾਰਾਜ ਮੇਰੇ ਘਰ ਵਿੱਚ ਪੁੱਤਰ ਨੇ ਜਨਮ ਨਹੀਂ ਲਿਆ। ਕਰ ਉਪਚਾਰ ਰਹੀ ਪੁਨੂਰੀ। ਮੈਂ ਬੜੇ ਉਪਚਾਰ ਕੀਤੇ, ਜਿੰਨੇ ਉਪਚਾਰ ਕੀਤੇ ਸਭ ਅਧੂਰੇ, ਕੋਈ ਉਪਚਾਰ ਮੇਰਾ ਕੀਤਾ ਹੋਇਆ ਸਫਲ ਨਹੀਂ ਹੋਇਆ। ਜੇ ਅਬ ਤੁਮ ਸੰਤਤ ਦਿਓ ਮੋਈ। ਮਹਾਰਾਜ ਜੇ ਤੁਸੀਂ ਆਏ ਹੋ ਕਿਰਪਾ ਦੇ ਘਰ ਵਿੱਚ ਤੇ ਤਰਸ ਕਰ ਦਿਓ। ਮਹਾਰਾਜ ਮੈਂ ਨਿਮਾਣਾ ਤੁਹਾਡੀ ਸ਼ਰਨ ਚ ਆ ਕੇ ਪਿਆ ਹਾਂ, ਦਇਆ ਕਰਕੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਲਿਓ ਰਾਵਰ ਉਪਦੇਸ਼ ਜੋ ਹੋਈ। ਆਪ ਜੀ ਦਾ ਜੋ ਉਪਦੇਸ਼ ਹੋਵੇਗਾ ਮੈਂ ਲਵਾਂਗਾ, ਜੋ ਹੁਕਮ ਕਰੋਗੇ ਮੈਂ ਉਸ ਨੂੰ ਪਾਲਾਂਗਾ। ਐਸੀ ਬਿਨਤੀ ਸੁਨ ਜਗਨਾਥਾ। ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਜੀ ਨੇ ਇਸ ਰਾਜੇ ਦੀ ਬੇਨਤੀ ਸਰਵਣ ਕੀਤੀ। ਗਏ ਲੌਂਗ ਦਵੈਤਾਂ ਕੇ ਹਾਥਾ। ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਏ ਦੋ ਲੌਂਗ ਮਹਾਰਾਜ ਜੀ ਨੇ ਆਪਣੇ ਖੀਸੇ ਚੋਂ ਕੱਢੇ ਔਰ ਉਹ ਦੋ ਲੌਂਗ ਇਹਨੂੰ ਦਿੱਤੇ। ਇੱਕ ਲਾਇਚੀ ਦੇ ਤੈਂ ਪਾਨੇ। ਇੱਕ ਲਾਚੀ ਸੀ ਛੋਟੀ, ਦੋ ਲੌਂਗ ਤੇ ਇੱਕ ਲਾਚੀ ਮਹਾਰਾਜ ਜੀ ਨੇ ਰਾਜੇ ਦੇ ਹੱਥਾਂ ਵਿੱਚ ਦਿੱਤੀ। ਕਯੋ ਦੇਹੋ ਰਾਣੀ ਕੋ ਖਾਨੇ। ਬਚਨ ਕੀਤਾ ਲੈ ਰਾਜਾ ਆਪਣੀ ਰਾਣੀ ਨੂੰ ਛਕਣ ਵਾਸਤੇ ਇਹ ਦੇ ਦੇ। ਹੋਏ ਸੰਤਤ ਸਦਨ ਤੁਮਾਰੇ। ਤੇਰੇ ਘਰ ਸੰਤਾਨ ਹੋਵੇਗੀ, ਤੇਰੇ ਘਰ ਪੁੱਤਰ ਜਨਮ ਲਵੇਗਾ। ਸਤ ਨਾਮ ਜਪ ਸੰਜ ਸਕਾਰੇ। ਤੇ ਨਾਲੇ ਸਵੇਰੇ ਸ਼ਾਮ ਭਜਨ ਕਰਨਾ, ਅੱਠੇ ਪੈਰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਨਾਲੇ ਭਜਨ ਕਰਨਾ, ਨਾਲ ਸੰਜ ਸਕਾਰੇ ਮਤਲਬ ਹਰ ਵੇਲੇ ਪਰਮੇਸ਼ਰ ਦਾ ਭਜਨ ਕਰਨਾ। ਸਤ ਸੰਗਤ ਮੈਂ ਕੀਰਤ ਸੁਨੀਏ। ਔਰ ਸਤ ਸੰਗਤ ਕਰਨੀ ਹੈ ਰੋਜ਼। ਸਤ ਸੰਗਤ ਵਿੱਚ ਇਕੱਤਰ ਹੋ ਕੇ ਪਰਮੇਸ਼ਰ ਦੀ ਕੀਰਤੀ ਕਰਨੀ ਤੇ ਸੁਣਨੀ ਹੈ। ਵਿਸ਼ੇ ਬਾਸ਼ਨਾ ਮਨ ਤੇ ਹਨੀਏ। ਔਰ ਆਪਣੇ ਅੰਦਰ ਦੀ ਵਿਸ਼ੇ ਵਾਸ਼ਨਾ ਨੂੰ ਹਰਨਾ, ਵਿਸ਼ਿਆਂ ਵਿਕਾਰ ਦੀ ਵਾਸ਼ਨਾ ਨੂੰ ਤਿਆਗਣਾ ਹੈ। ਕਿਤਕ ਦਿਵਸ ਤੈਂ ਰਾਖਿਓ ਡੇਰਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕੁਝ ਦਿਨ ਇਸ ਰਾਜੇ ਕੋਲ ਹੀ ਡੇਰਾ ਰੱਖਿਆ। ਸਿੱਖੀ ਮਗ ਪ੍ਰਗਟਾਏ ਕਨੇਰਾ। ਸਾਰੇ ਨਗਰ ਵਿੱਚ ਮਹਾਰਾਜ ਜੀ ਨੇ ਆਪਣੀ ਸਿੱਖੀ ਦਾ ਰਾਹ ਪ੍ਰਗਟ ਕੀਤਾ। ਇਨ ਤੇ ਹੋਏ ਕਰ ਬਿਦਾ ਬਹੋਰੰਗ। ਫਿਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇਸ ਰਾਜੇ ਨੂੰ ਕਿਰਤਾਰਥ ਕਰਕੇ ਇਹਦੇ ਕੋਲੋਂ ਵਿਦਾ ਹੋਏ। ਗੇ ਕੁਰ ਖੰਡ ਹੁਤੋ ਜੈ ਠੋਰੰਗ। ਔਰ ਪਾਤਸ਼ਾਹ ਦੇ ਬਚਨਾਂ ਨਾਲ ਸਮਾਂ ਪਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਇੱਥੋਂ ਚੱਲੇ ਤੇ ਅੱਗੇ ਕੁਰੂ ਖੰਡ ਨਾਮ ਦਾ ਇੱਕ ਇਲਾਕਾ ਆਇਆ ਹੈ। ਜੈਸਾ ਤਿਨ ਲੋਕਨ ਵਿਵਹਾਰੰ। ਉਹ ਜਿਹੜਾ ਕੁਰੂ ਖੰਡ ਦਾ ਵਿਵਹਾਰ ਸੀ ਉਹ ਵੀ ਸੁਣੋ ਕਿਸ ਤਰ੍ਹਾਂ ਦਾ ਹੈ। ਸੁਨ ਸ਼੍ਰੀ ਅੰਗਤ ਪਰਮ ਉਦਾਰੰ। ਏ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ। ਜੈ ਛਿਨ ਤਿਨ ਕੇ ਸੁਤੇ ਉਪਜਾਈ। ਕਹਿੰਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜਦੋਂ ਕੁਰੂ ਖੰਡ ਗਏ, ਉੱਥੇ ਦੇ ਲੋਕਾਂ ਦੀ ਇੱਕ ਏਦਾਂ ਦੀ ਰਵਾਇਤ ਸੀ, ਕਿਉਂਕਿ ਪੂਰੇ ਸੰਸਾਰ ਭਰ ਵਿੱਚ ਹਰ ਨਗਰ ਦਾ, ਹਰ ਇਲਾਕੇ ਦੀਆਂ ਆਪੋ ਆਪਣੀਆਂ ਰੋਹ ਰੀਤੀਆਂ, ਰਿਵਾਜ, ਲੋਕ ਰੀਤੀਆਂ ਜਿਹਨੂੰ ਕਹਿੰਦੇ ਨੇ, ਸਭ ਵੱਖੋ ਵੱਖਰੀਆਂ ਅੱਡੋ ਅੱਡਰੀਆਂ ਨੇ। ਲੋਕਾਂ ਦਾ ਰਹਿਣ ਸਹਿਣ, ਬੋਲ ਬਾਣੀ ਸਭ ਦੀ ਵੱਖੋ ਵੱਖਰੀ ਅੱਡੋ ਅੱਡਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਕੁਰੂ ਖੰਡ ਪਹੁੰਚੇ ਤੇ ਕੀ ਵੇਖਿਆ, ਉੱਥੇ ਦੀ ਕੀ ਖੇਡ ਸੀ ਕਿ ਉੱਥੇ ਜਦੋਂ ਕਿਸੇ ਦੇ ਘਰ ਵਿੱਚ ਕੋਈ ਸੰਤਾਨ ਪੈਦਾ ਹੁੰਦੀ ਸੀ, ਹਾਂਜੀ, ਰੋਦਨ ਸਦਨ ਕਰੇ ਤੈਂ ਆਈ। ਲੋਕ ਇਕੱਠੇ ਹੋ ਕੇ ਉਹਨਾਂ ਦੇ ਘਰ 'ਚ ਛਾਪਾ ਕਰਨ ਆਉਂਦੇ ਸੀ। ਜਦੋਂ ਕਿਸੇ ਦੇ ਘਰ ਜਨਮ ਹੋਣਾ ਨਾ, ਕਿਸੇ ਪੁੱਤਰ ਦਾ ਜਾਂ ਧੀ ਦਾ,
ਤੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਦੇ ਘਰ ਆਉਣਾ, ਜਿਵੇਂ ਮਕਾਨ ਦੇਣ ਜਾਈਦਾ। ਉਹਨਾਂ ਨੇ ਆ ਕੇ ਰੋਣਾ, ਦੁਹੱਥੜੇ ਮਾਰ-ਮਾਰ ਕੇ ਪਿੱਟਣਾ। ਹਾਂਜੀ। ਜਬ ਕੋ ਮਨੁਜ ਮ੍ਰਿਤਕ ਹੋਏ ਜਾਵੇ। ਤੇ ਜਦੋਂ ਉਸ ਨਗਰ ਦੇ ਵਿੱਚ ਕੋਈ ਮਰਦਾ ਸੀ, ਕਿਸੇ ਬੰਦੇ ਦੀ ਮੌਤ ਹੁੰਦੀ ਸੀ, ਹਾਸ ਬਿਲਾਸ ਕਰਤ ਮਨ ਭਾਵੇ। ਉਦੋਂ ਖੁਸ਼ੀ ਮਨਾਉਂਦੇ ਸੀ ਤੇ ਹੱਸਦੇ ਸੀ ਖਿੜਖੜਾ ਕੇ, ਵਧਾਈਆਂ ਦਿੰਦੇ ਸੀ ਇੱਕ ਦੂਜੇ ਨੂੰ, ਬੜਾ ਵਧੀਆ ਹੋਇਆ। ਏਦਾਂ ਦਾ ਉਲਟ ਰਿਵਾਜ ਸੀ ਉੱਥੇ। ਹਾਲਾਂਕਿ ਸਮਾਜ ਵਿੱਚ ਰਿਵਾਜ ਤਾਂ ਇਹ ਹੁੰਦਾ ਵੀ ਜਨਮ ਸਮੇਂ ਵਧਾਈਆਂ ਹੁੰਦੀਆਂ, ਮਰਨ ਸਮੇਂ ਸ਼ੋਕ ਹੁੰਦਾ। ਪਰ ਇੱਥੇ ਜਦੋਂ ਜਨਮ ਹੁੰਦਾ ਸੀ ਕਿਸੇ ਦਾ ਉਦੋਂ ਸ਼ੋਕ, ਜਦੋਂ ਮਰਨ ਹੁੰਦਾ ਸੀ ਉਦੋਂ ਵਧਾਈਆਂ, ਉਦੋਂ ਖੁਸ਼ੀਆਂ। ਏਦਾਂ ਇਹ ਕੰਮ ਕਰਦੇ ਸੀ ਲੋਕ। ਕਹਾ ਨਗਰ ਕੇ ਜਾਏ ਸਮੀਪਾ। ਉਸ ਨਗਰ ਦੇ ਕੋਲ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਪਹੁੰਚੇ। ਬੈਠ ਗਏ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ ਸਾਹਿਬ ਨੇ ਇੱਕ ਥਾਂ ਵੇਖੀ, ਟਿਕਾਣਾ ਵੇਖਿਆ ਤੇ ਪਾਤਸ਼ਾਹ ਜੀ ਉੱਥੇ ਸਜ ਗਏ, ਬੈਠ ਗਏ। ਮਰਦਾਨਾ ਸੁਣ ਕੇ ਤਿੰਨ ਗਾਥਾ। ਭਾਈ ਮਰਦਾਨੇ ਨੂੰ ਪਤਾ ਲੱਗਾ ਵੀ ਇਹ ਪਿੰਡ 'ਚ ਆਹ ਰਿਵਾਜ ਹੈ ਵੀ ਜੰਮਣ ਤੇ ਰੋਂਦੇ ਆ ਤੇ ਮਰਨ ਤੇ ਹੱਸਦੇ ਹਨ। ਪੂਜਨ ਲਗਾ ਪ੍ਰਭੂ ਕੇ ਸਾਥਾ। ਸਤਿਗੁਰੂ ਜੀ ਨੂੰ ਭਾਈ ਮਰਦਾਨਾ ਜੀ ਪੁੱਛਣ ਲੱਗੇ, ਬੜੇ ਕੌਤਕੀ ਨਰ ਏ ਥਾਈ। ਮਹਾਰਾਜ ਇਸ ਨਗਰ ਦੇ ਲੋਕ ਬੜੇ ਅਜੀਬੋ ਗਰੀਬ ਨੇ। ਮਹਾਰਾਜ, ਕੌਤਕੀ ਦਾ ਮਤਲਬ ਅਜੀਬੋ ਗਰੀਬ। ਮਹਾਰਾਜ ਜੀ ਇਹ ਨਵੇਂ ਹੀ ਲੋਕ ਨੇ, ਖਬਰ ਇਸ ਧਰਤੀ ਦੇ ਨਹੀਂ, ਕਿਸੇ ਹੋਰ ਧਰਤੀ ਤੋਂ ਆਏ ਜਾਪਦੇ ਨੇ, ਕਿਸੇ ਹੋਰ ਗ੍ਰਹਿ ਤੋਂ। ਮਹਾਰਾਜ ਇਹ ਕਿੱਦਾਂ ਦੇ ਲੋਕ ਨੇ, ਇਹ ਕਿੱਦਾਂ ਦੇ ਕੌਤਕੀ ਲੋਕ ਨੇ। ਤਵੈ ਬਾतें ਵਿਪਰੀਤ ਕਰਾਈ। ਦੋਵੇਂ ਹੀ ਗੱਲਾਂ ਉਲਟ ਕਰਦੇ ਨੇ। ਆਮ ਸਮਾਜ ਵਿੱਚ ਏਦਾਂ ਨਹੀਂ ਜਿਵੇਂ ਇਹ ਕਰਦੇ ਹਨ। ਫਿਰ ਗੁਰ ਕਹੇ ਸੁਨੋ ਮਰਦਾਨਾ। ਭਾਈ ਮਰਦਾਨੇ ਨੇ ਜਦੋਂ ਇਉਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ ਸੁਣ ਵੀ ਮਰਦਾਨਿਆ। ਇਨ ਕੈ ਹਿਰਦੇ ਅਧਿਕ ਅਗਿਆਨਾ। ਮਰਦਾਨਿਆ ਇਹਨਾਂ ਦੇ ਹਿਰਦੇ 'ਚ ਅਗਿਆਨ ਹੈ, ਇਹ ਤਾਂ ਏਦਾਂ ਕਰਦੇ ਆ। ਇਹਨਾਂ ਦੇ ਹਿਰਦਿਆਂ 'ਚ ਅਧਿਕ ਅਗਿਆਨ ਹੈ, ਇਹ ਅਗਿਆਨਤਾ ਨਾਲ ਇਹਨਾਂ ਦੇ ਹਿਰਦੇ ਭਰੇ ਹੋਏ ਨੇ। ਵਾਹਿਗੁਰੂ ਜਬ ਜਗਤ ਪਠਾਵਤ। ਪਰਮੇਸ਼ਰ ਜਦੋਂ ਸੰਸਾਰ ਵਿੱਚ ਕਿਸੇ ਜੀਵ ਨੂੰ ਭੇਜਦਾ, ਅਕਾਲ ਪੁਰਖ ਦਾ ਭੇਜਿਆ ਆਉਂਦਾ ਨਾ, ਨਿਰੰਕਾਰ ਦਾ ਭੇਜਿਆ ਆਉਂਦਾ, ਜਦੋਂ ਪਰਮੇਸ਼ਰ ਭੇਜਦਾ ਤਬ ਇਹ ਰੁਦਨ ਕਰਤ ਦੁਖ ਪਾਵਤ। ਇਹ ਮੂਰਖ ਉਦੋਂ ਰੋਂਦੇ ਆ ਵੀ ਰੱਬ ਨੇ ਇਹਨੂੰ ਕਾਹਨੂੰ ਭੇਜ ਦਿੱਤਾ। ਵੀ ਪਰਮੇਸ਼ਰ ਭੇਜੇ ਤੇ ਅਕਾਲ ਪੁਰਖ ਦੀ ਰਜ਼ਾ 'ਚ ਰਹਿਣਾ ਚਾਹੀਦਾ ਕਿ ਰੋਣਾ ਚਾਹੀਦਾ। ਮਹਾਰਾਜ ਕਹਿੰਦੇ ਅਗਿਆਨੀ ਲੋਕ ਨੇ ਕਿ ਅਕਾਲ ਪੁਰਖ ਜਦੋਂ ਭੇਜਦਾ ਆ ਕਿਸੇ ਜੀਵ ਨੂੰ ਤਾਂ ਉਹਦੇ ਭੇਜੇ ਹੋਏ ਨੂੰ ਵੇਖ ਕੇ ਰੋਂਦੇ ਹਨ। ਹੁਕਮ ਕਰਤ ਜਬ ਬੋਲ ਪਠਾਵਤ। ਤੇ ਜਦੋਂ ਪਰਮੇਸ਼ਰ ਆਪਣਾ ਹੁਕਮ ਕਰਕੇ ਬੋਲ ਕੇ ਸੱਦ ਲੈਂਦਾ ਵਾਪਸ, ਇਸ ਜੀਵ ਨੂੰ ਵਾਪਸ ਬੁਲਾਉਂਦਾ, ਤਬ ਮਿਲ ਕਰ ਉਰ ਮੈਂ ਹਰ ਖਾਵਤ। ਉਦੋਂ ਮਿਲ ਕੇ ਬੜੇ ਖੁਸ਼ ਹੁੰਦੇ ਆ ਤੇ ਖਿੜਖੜਾ ਕੇ ਹੱਸਦੇ ਹਨ। ਅਗਿਆਨ ਸਹਿਤੇਨ ਕੋ ਵਿਵਹਾਰ। ਇਹਨਾਂ ਦਾ ਇਹ ਵਿਵਹਾਰ ਅਗਿਆਨਤਾ ਪੂਰਵਕ ਹੈ, ਅਗਿਆਨਤਾ ਨਾਲ ਭਰਿਆ ਹੋਇਆ ਹੈ। ਇਹ ਅਗਿਆਨ ਪੁਣੇ 'ਚ ਸਭ ਕੁਝ ਕਰਦੇ ਹਨ। ਸੁਣੀਏ ਗਿਆਨੀ ਕੇਰ ਅਚਾਰ। ਮਹਾਰਾਜ ਜੀ ਕਹਿੰਦੇ ਮਰਦਾਨਿਆ, ਜਿਹੜਾ ਗਿਆਨੀ ਹੁੰਦਾ ਨਾ, ਗਿਆਨੀ, ਉਹਦਾ ਆਚਾਰ ਸੁਣ ਕੀ ਹੁੰਦਾ ਹੈ। ਜਿਹੜਾ ਗਿਆਨਵਾਨ ਹੁੰਦਾ ਉਹਦਾ ਆਚਰਣ ਸੁਣੋ ਕਿਸ ਤਰ੍ਹਾਂ ਦਾ ਹੈ। ਭੇਜੇ ਤੇ ਉਰ ਮੈਂ ਹਰ ਖਾਵਤ। ਜਦੋਂ ਪਰਮੇਸ਼ਰ ਭੇਜਦਾ ਅਕਾਲ ਪੁਰਖ ਕਿਸੇ ਜੀਵ ਨੂੰ ਤਾਂ ਉਹਦੇ ਭੇਜੇ 'ਚ ਖੁਸ਼ੀ ਮਨਾਉਂਦੇ ਆ ਵੀ ਨਿਰੰਕਾਰ ਦਾ ਭੇਜਿਆ ਜੀਵ ਆਇਆ। ਉਹ ਉਦੋਂ ਵੀ ਹਰਖ ਵਿੱਚ ਰਹਿੰਦੇ ਆ, ਖੁਸ਼ੀ ਵਿੱਚ ਰਹਿੰਦੇ ਹਨ। ਬੋਲ ਪਠੇ ਤੇ ਮਨ ਸੁਖ ਪਾਵਤ। ਤੇ ਜਦੋਂ ਪਰਮੇਸ਼ਰ ਸੱਦ ਲੈਂਦਾ ਕਿਸੇ ਜੀਵ ਨੂੰ, ਗਿਆਨਵਾਨ ਉਦੋਂ ਵੀ ਖੁਸ਼ੀ ਵਿੱਚ ਰਹਿੰਦਾ ਕਿ ਅਕਾਲ ਪੁਰਖ ਨੇ ਸੱਦਿਆ ਤੇ ਚਲਾ ਗਿਆ, ਉਹਦਾ ਹੁਕਮ ਹੈ, ਖੇੜੇ ਮੱਥੇ ਮੰਨੀਏ। ਦੋਨਾਂ ਕਾਲਾਂ 'ਚੋਂ ਖੇੜੇ 'ਚ ਰਹਿੰਦਾ। ਜਦੋਂ ਭੇਜਦਾ ਉਦੋਂ ਵੀ ਕਹਿੰਦੇ ਵਾਹਿਗੁਰੂ ਦੀ ਰਜ਼ਾ ਵਿੱਚ ਆਇਆ, ਤੇ ਜਦੋਂ ਕੋਈ ਜੀਵ ਜਾਂਦਾ ਉਦੋਂ ਵੀ ਉਹ ਖੁਸ਼ ਰਹਿੰਦੇ ਖੇੜੇ 'ਚ ਕਿ ਵਾਹਿਗੁਰੂ ਦੀ ਰਜ਼ਾ ਵਿੱਚ ਜੀਵ ਗਿਆ। ਦੋਨਾਂ ਸਮਿਆਂ ਵਿੱਚ ਜਿਹੜਾ ਗਿਆਨਵਾਨ ਹੁੰਦਾ ਹੈ ਉਹ ਖੇੜੇ 'ਚ ਰਹਿੰਦਾ ਹੈ। ਸਿਮਰਨ ਕਰਤ ਦੋ ਬਿਦ ਮਾਈ। ਉਹ ਦੋਨਾਂ ਸਮਿਆਂ ਵਿੱਚ ਪਰਮੇਸ਼ਰ ਦਾ ਸਿਮਰਨ ਕਰਦਾ, ਦੋਹਾਂ ਵੇਲਿਆਂ ਵਿੱਚ
ਅਕਾਲ ਪੁਰਖ ਦਾ ਭਜਨ ਕਰਦਾ ਹੈ। ਹੁਕਮ ਮਾਨ ਮਨ ਮਤ ਨਾ ਕਰਾਈ। ਪਰਮੇਸ਼ਰ ਦਾ ਹੁਕਮ ਮੰਨ ਕੇ ਉਹ ਮਨ ਮਤ ਨਹੀਂ ਕਰਦਾ, ਮਨ ਮਤ ਵਾਲੇ ਪਾਸੇ ਨਹੀਂ ਟੁਰਦਾ। ਇਹ ਮਨ ਮਤ ਹੈ ਰੋਣਾ। ਅਕਾਲ ਪੁਰਖ ਦੇ ਹੁਕਮ ਨੂੰ ਨਾ ਮੰਨਣਾ ਇਹ ਮਨ ਮਤ ਹੈ। ਉਹ ਗਿਆਨਵਾਨ ਗਿਆਨੀ ਮਨ ਮਤ ਨਹੀਂ ਕਰਦਾ। ਇਸ ਪ੍ਰਕਾਰ ਮਰਦਾਨੇ ਸਾਥਾ। ਏਦਾਂ ਸਤਿਗੁਰੂ ਜੀ ਭਾਈ ਮਰਦਾਨੇ ਨਾਲ ਬੈਠੇ ਬਚਨ ਬਿਲਾਸ ਕਰ ਰਹੇ ਸਨ। ਪਨਤ ਹੁਤੇ ਤੈ ਛਿਨ ਜਗਨਾਥਾ। ਪਾਤਸ਼ਾਹ ਇਹ ਗਿਆਨ ਦੀਆਂ ਬਾਤਾਂ ਭਾਈ ਮਰਦਾਨਾ ਜੀ ਨਾਲ ਕਰ ਰਹੇ ਸੀ। ਬਹੁਤ ਲੋਕ ਮਿਲ ਕਰ ਤਬ ਆਏ। ਇਹਨੇ ਨੂੰ ਜਿਹੜੇ ਨਗਰ ਦੇ ਲੋਕ ਸੀ ਉਹਨਾਂ ਨੇ ਵੇਖਿਆ ਵੀ ਕੁਝ ਵਿਦੇਸ਼ੀ ਨਰ ਸਾਡੇ ਨਗਰ ਦੇ ਬਾਹਰ ਆਏ ਨੇ, ਤਾਂ ਨਗਰ ਨਿਵਾਸੀ ਚੱਲ ਕੇ ਮਹਾਰਾਜ ਜੀ ਵੱਲ ਆਏ। ਲੋਕਾਂ ਵਿੱਚ ਮਿਲਣ ਭਾਵ ਸੀ। ਹੁਣ ਤਾਂ ਕੋਈ ਨਗਰ ਦੇ ਵਿੱਚ ਆ ਜਾਵੇ ਤੇ ਆਵਾਜ਼ਾਂ ਮਾਰ-ਮਾਰ ਕੇ ਬੁਲਾਉਣਾ ਪੈਂਦਾ ਵੀ ਉਹ ਫਲਾਣੀ ਥਾਂ ਤੇ। ਲੋਕਾਂ ਵਿੱਚ ਮਿਲਣ ਭਾਵ ਸੀ ਉਦੋਂ ਵੀ, ਚਲੋ ਕੋਈ ਬਾਹਰੋਂ ਆਇਆ, ਕੋਈ ਲੋੜਵੰਦ ਨਾ ਹੋਵੇ। ਪਰਉਪਕਾਰੀ ਬਿਰਤੀ ਹੁੰਦੀ ਸੀ, ਚਾਅ ਹੁੰਦਾ ਸੀ ਲੋਕਾਂ ਵਿੱਚ ਕਿ ਸਾਡੇ ਪਿੰਡ 'ਚ ਨਗਰ 'ਚ ਪ੍ਰਾਹੁਣਾ ਆਇਆ, ਕੋਈ ਵਿਦੇਸ਼ੀ ਆਇਆ, ਤੋ ਚਾਅ ਨਾਲ ਮਿਲਦੇ ਸੀ। ਫਿਰ ਇਹਨਾਂ ਨੇ ਵੇਖਿਆ ਵੀ ਇਹ ਤਾਂ ਕੋਈ ਮਹਾਤਮਾ ਆਏ ਨੇ, ਸੰਤ ਜਨ ਨੇ। ਤੋ ਸੰਤ ਸੇਵੀ ਬਿਰਤੀ ਲੋਕਾਂ 'ਚ ਬਹੁਤ ਸੀ, ਪਦਾਰਥਵਾਦੀ ਬਿਰਤੀ ਘੱਟ ਸੀ, ਕਿਉਂਕਿ ਪਦਾਰਥ ਹੁੰਦੇ ਹੀ ਸੂਖਮ ਸੀ ਲੋਕਾਂ ਕੋਲ। ਇੰਨਾ ਜ਼ਿਆਦਾ ਪਸਾਰਾ ਨਹੀਂ ਸੀ ਹੁੰਦਾ ਜਿੰਨਾ ਅੱਜ ਕੱਲ੍ਹ ਪਸਾਰਿਆ ਹੋਇਆ ਮਨੁੱਖ ਨੇ। ਤੋ ਸੰਜਮ ਦਾ ਰਹਿਣਾ ਸਹਿਣਾ ਹੁੰਦਾ ਸੀ, ਇਸ ਕਰਕੇ ਸਮਾਂ ਵੀ ਹੁੰਦਾ ਸੀ ਉਹਨਾਂ ਪਾਸ। ਤੋ ਨਗਰ ਨਿਵਾਸੀ ਇਕੱਠੇ ਹੋ ਕੇ ਕਿ ਕੋਈ 3 ਪੁਰਸ਼ ਬਾਹਰੋਂ ਆਏ ਸਾਡੇ ਨਗਰ ਵਿੱਚ, ਉਹਨਾਂ ਨੂੰ ਚੱਲ ਕੇ ਮਿਲੀਏ, ਕਿਸੇ ਵਸਤੂ ਦੀ ਉਹਨਾਂ ਨੂੰ ਲੋੜ ਨਾ ਹੋਵੇ, ਬਚਨ ਬਿਲਾਸ ਕਰੀਏ। ਇਹ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ। ਬੈਸੇ ਪਾਸ ਆਨ ਤੈ ਥਾਈ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਬੈਠ ਗਏ। 300 ਬੂਜਤ ਭਾ ਮਰਦਾਨਾ। ਜਦੋਂ ਬਹਿ ਗਏ ਨਾ ਆ ਕੇ, ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਉਹਨਾਂ ਨਗਰ ਨਿਵਾਸੀਆਂ ਵੱਲ ਵੇਖ ਕੇ ਉਹਨਾਂ ਨੂੰ ਪੁੱਛਦੇ ਹਨ, ਕਰੋ ਆਪਨ ਬਿਰਤੰਤ ਬਖਾਨਾ। ਮਹਾਰਾਜ ਜੀ ਕਹਿੰਦੇ, ਭਾਈ ਮਰਦਾਨਾ ਜੀ ਕਹਿੰਦੇ, ਹਾਂ ਭਾਈ ਨਗਰ ਨਿਵਾਸੀਓ, ਦੱਸੋ ਆਪਣੇ ਬਾਰੇ, ਆਪਣਾ ਜਿਹੜਾ ਬਿਰਤਾਂਤ ਹੈ ਉਹ ਸਾਨੂੰ ਦੱਸੋ। ਮਰਤ ਹਸਤ ਜਨਮ ਤੇ ਰੋਏ। ਕਹਿੰਦਾ ਤੁਸੀਂ ਬੜੇ ਕੌਤਕੀ ਜੇ ਲੋਕ ਹੋ। ਭਾਈ ਮਰਦਾਨਾ ਜੀ ਕਹਿੰਦੇ ਉਹ ਤੁਸੀਂ ਬੜੇ ਅਜੀਬੋ ਗਰੀਬ ਲੋਕ ਹੋ ਬਈ, ਪਿੰਡ ਵਾਲੇ ਤੁਹਾਡੇ ਬਾਰੇ ਸੁਣਿਆ ਸੀ। ਉਹ ਕਹਿੰਦੇ ਭਾਈ ਸਾਹਿਬ ਕੀ ਸੁਣ ਲਿਆ? ਕਹਿੰਦੇ ਅਸੀਂ ਇਹ ਸੁਣਿਆ ਕਿ ਜਦੋਂ ਤੁਹਾਡੇ ਪਿੰਡ 'ਚ ਕਿਸੇ ਬੱਚੇ ਦਾ ਜਨਮ ਹੁੰਦਾ ਤੇ ਤੁਸੀਂ ਸਾਰੇ ਰਲ ਕੇ ਉਸ ਘਰ ਵਿੱਚ ਛਾਪਾ ਪਾਉਂਦੇ ਹੋ, ਕੀਰਨੇ ਪਾਉਂਦੇ ਹੋ, ਤੁਹਾਡੀਆਂ ਘਰ ਵਾਲੀਆਂ ਦੁਹੱਥੜੇ ਮਾਰ ਕੇ ਪਿੱਟਦੀਆਂ ਨੇ, ਵੈਣ ਪਾਉਂਦੀਆਂ ਨੇ। ਆਹ ਕੀ ਮਸਲਾ ਬਈ? ਭਾਈ ਸਾਹਿਬ ਕਹਿੰਦੇ ਵੀ ਜਦੋਂ ਆਮ ਕਰਕੇ ਸੰਸਾਰ ਦੇ ਲੋਕਾਂ ਦੇ ਘਰੇ ਬਾਲਕ ਜੰਮਦੇ ਆ ਤੇ ਲੋਕ ਵਧਾਈਆਂ ਦਿੰਦੇ ਆ, ਦਰਵਾਜ਼ਿਆਂ ਤੇ ਛੋਟੇ ਨਗਾਰੇ ਵਜਾਉਂਦੇ ਆ ਖੁਸ਼ੀ ਨਾਲ, ਹਰੇ ਰੰਗ ਦੇ ਸ਼ਰੀ ਦੇ ਲਿਆ ਕੇ, ਕਈ ਤਾਂ ਦਰਖਤਾਂ ਦੇ ਪੌਦੇ ਕੱਟ-ਕੱਟ ਕੇ ਦਰਵਾਜ਼ਿਆਂ ਤੇ ਬੰਨ੍ਹਦੇ ਆ ਵੀ ਖੁਸ਼ੀ ਆਈ ਹੈ, ਇਹ ਵੇਲ ਹਰੀ ਭਰੀ ਹੋਈ ਹੈ। ਲੋਕ ਏਦਾਂ ਖੁਸ਼ੀਆਂ ਮਨਾਉਂਦੇ ਆ। ਤੁਹਾਡਾ ਪੁੱਠਾ ਜਿਹਾ ਰਿਵਾਜ ਹੈ, ਮੈਂ ਤਾਂ ਪਹਿਲੀ ਵਾਰੀ ਵੇਖਿਆ। ਇਸੇ ਧਰਤੀ ਦੇ ਬੰਦੇ ਹੋ, ਕਿਤੋਂ ਹੋਰ ਆਏ ਹੋ ਤੁਸੀਂ? ਭਾਈ ਮਰਦਾਨਾ ਜੀ ਕਹਿੰਦੇ ਇਸੇ ਗ੍ਰਹਿ ਦੇ ਹੀ ਹੋ ਕਿ ਜਾਂ ਕਿਸੇ ਹੋਰ ਗ੍ਰਹਿ ਤੋਂ ਆਏ ਹੋ? ਵੀ ਆਹ ਕੀ ਰਿਵਾਜ ਹੈ ਤੁਹਾਡਾ ਕਿ ਜਦੋਂ ਤੁਹਾਡੇ ਘਰੇ ਕੋਈ ਜੰਮਦਾ ਹੈ ਤੇ ਤੁਸੀਂ ਸਾਰੇ ਕੀਰਨੇ ਪਾਉਂਦੇ ਹੋ, ਰੋਂਦੇ ਹੋ? ਜਾਨਾ ਤੁਮੇ ਗਿਆਨ ਹੈ ਕੋਈ। ਸ਼ਾਇਦ ਤੁਸੀਂ ਇਹਦੇ ਵਿੱਚ ਕੋਈ ਗਿਆਨ ਜਾਣਿਆ ਹੋਇਆ, ਵੀ ਤੁਸੀਂ ਇਹਦੇ ਵਿੱਚ ਵੀ ਕੋਈ ਗਿਆਨ ਸਮਝਦੇ ਹੋ। ਬੋਲੇ ਤਿਨ ਮੈਂ ਹੋਤੇ ਜੋ ਸਿਆਣੀ। ਤੇ ਜਦੋਂ ਮਰਦਾ ਉਦੋਂ ਤੁਸੀਂ ਹੱਸਦੇ ਹੋ। ਇਹਦਾ ਕੀ ਮਸਲਾ? ਕੁਝ ਆਪਣੇ ਬਾਰੇ ਦੱਸੋ ਵੀ ਇਦਾਂ ਤੁਸੀਂ ਕਿਉਂ ਕਰਦੇ ਹੋ? ਇਹਦੇ 'ਚ ਕਿਹੜਾ ਗਿਆਨ ਤੁਸੀਂ ਜਿਹੜਾ ਅਖਤਿਆਰ ਕੀਤਾ ਹੋਇਆ ਉਹ ਸਾਨੂੰ ਵੀ ਦੱਸ ਦਿਓ, ਸਾਨੂੰ ਵੀ ਪਤਾ ਲੱਗ ਜਾਏ। ਉਹਨਾਂ ਵਿੱਚ ਜਿਹੜੇ ਕੁਝ ਨਗਰ ਦੇ ਮੁਖੀ ਲੋਕ ਸੀ, ਗੱਲਬਾਤ ਕਰਨ ਵਾਲੇ ਆਗੂ ਹੁੰਦੇ, ਉਹ ਕੁਝ ਸਿਆਣੇ ਪੁਰਸ਼ ਬੈਠੇ, ਉਹ ਬੋਲ ਕੇ ਦੱਸਣ ਲੱਗੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ,
ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਤ ਹੈ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਬੀਤ